ਪ੍ਰਸਿੱਧ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਜੀ ਦਾ ਇੱਕ ਬਹੁਤ ਹੀ ਖੂਬਸੂਰਤ ਸ਼ੇਅਰ ਹੈ। ਅੰਬਰਾਂ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਸੋ ਸਾਨੂੰ ਵੀ ਆਪਣੀ ਮਾਂ ਬੋਲੀ ਦੇ ਇਸ ਹੱਦ ਤੱਕ ਮੁਰੀਦ ਹੋਣਾ ਚਾਹੀਦਾ ਹੈ, ਕਿਉਂਕਿ ਜੇ ਪੰਜਾਬੀ ਜਿੰਦਾ ਰਹੇਗੀ ਤਾਂ ਹੀ ਅਸੀਂ ਆਪਣੀ ਭਾਸ਼ਾ ਦੇ ਵਿੱਚ ਵੱਡੀਆਂ ਵੱਡੀਆਂ ਫਿਲਮਾਂ ਬਣਾ ਕੇ ਆਪਣੇ ਬੱਚਿਆਂ ਨੂੰ ਤੇ ਸਮਾਜ ਨੂੰ ਵਿਖਾ ਸਕਦੇ ਹਾਂ। ਇਹ ਗੱਲ ਮੈਂ ਇਸ ਕਰਕੇ ਵੀ ਸਾਂਝੀ ਕਰ ਰਿਹਾ ਹਾਂ ਕਿਉਂਕਿ ਅੱਜ ਸਾਡੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਪਹੁੰਚੇ ਆ ਉਹ ਫਿਲਮੀ ਦੁਨੀਆ ਅਤੇ ਪੰਜਾਬੀ ਮਾਂ ਬੋਲੀ ਦੇ ਲਾਡਲੇ, ਜਿਨ੍ਹਾਂ ਦਾ ਨਾਂ ਸ਼ਿਵਿੰਦਰ ਮਾਲ ਜੀ ਤੇ ਮੈਡਮ ਸੁਨੀਤਾ ਧੀਰ ਜੀ, ਜਿਹੜੇ ਬਹੁਤ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ। ਸਵਾਗਤ ਹੈ ਮਾਲ ਸਾਹਿਬ ਤੁਹਾਡਾ ਵੀ, ਤੇ ਮੈਡਮ ਸੁਨੀਤਾ ਧੀਰ ਜੀ, ਅੱਜ ਜਿਹੜਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆ ਕੇ ਤੁਸੀਂ ਹਾਜ਼ਰੀ ਦਿੱਤੀ ਹੈ, ਇੱਕ ਬਹੁਤ ਬੜੀ ਗੱਲ ਹੈ ਕਿ ਸਾਡਾ ਇੱਕ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਉਹ ਚੀਜ਼ਾਂ ਹੱਸਦੇ ਖੇਡਦੇ ਕਰ ਜਾਈਏ ਜਿਹੜਾ ਸੁਬਾਹ ਉੱਠ ਕੇ ਲੋਕੀ ਕਹਿੰਦੇ ਆ ਸਰੀਰ ਨਹੀਂ ਕੰਮ ਕਰਦੇ ਜਾਂ ਹੈਲਥ ਨਹੀਂ ਠੀਕ ਹੁੰਦੀ। ਤਾਂ ਸੁਭਾਸ਼ ਗੋਇਲ ਹੈਲਥ ਸ਼ੋਅ ਦਾ ਇੱਕ ਮਕਸਦ ਹੈ ਕਿ ਲੋਕਾਂ ਨੂੰ ਹੱਸਦੇ ਖੇਡਦੇ ਔਰ ਉਹਨਾਂ ਦੇ ਜਿਹੜੇ ਚਹੇਤੇ ਸਿਤਾਰੇ ਆ ਉਹਨਾਂ ਬਾਰੇ ਕੁਝ ਜਾਣਕਾਰੀ ਦਈਏ। ਵੀ ਜਿਵੇਂ ਹੁਣ ਸੁਨੀਤਾ ਧੀਰ ਜੀ ਨੇ, ਤੁਸੀਂ ਬੈਠੇ ਹੋ, ਮਤਲਬ ਜੇ ਅੱਜ ਤੋਂ ਜਿਨ੍ਹਾਂ ਨੇ 20 ਸਾਲ ਪਹਿਲਾਂ 30 ਸਾਲ ਪਹਿਲਾਂ ਤੁਹਾਨੂੰ ਸਕਰੀਨ 'ਤੇ ਦੇਖਿਆ ਉਹ ਅੱਜ ਵੀ ਦੇਖਦੇ ਆ, ਉੱਦਾਂ ਹੀ ਪਏ ਆ। ਗੱਲ ਕੀ ਹੈ, ਇਹੋ ਜਿਹਾ ਕੀ ਖਾਂਦੇ ਪੀਂਦੇ ਆਪਾਂ, ਅੱਜ ਉਹਦੇ 'ਤੇ ਗੱਲਬਾਤ ਕਰਾਂਗੇ ਜੀ। ਤੁਸੀਂ ਸਾਨੂੰ ਇੱਥੇ ਬੁਲਾ ਕੇ ਜਿਹੜਾ ਮਾਣ ਬਖਸ਼ਿਆ ਹੈ ਤੇ ਸਾਨੂੰ ਬਹੁਤ ਅੱਛਾ ਲੱਗਿਆ। ਵੈਸੇ ਮੈਂ ਤਾਂ ਤੁਹਾਡੇ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ। ਬਿਲਕੁਲ ਬਿਲਕੁਲ। ਮੇਰਾ ਖਿਆਲ ਹੈ ਪੰਜਾਬ, ਹਰਿਆਣਾ, ਹਿਮਾਚਲ ਤਾਂ ਕੋਈ ਧਾਰ ਨਹੀਂ ਸੀ ਰਹੀ ਜਿੱਥੇ ਹੋਲਡਿੰਗ ਨਹੀਂ ਸੀ ਲੱਗੇ ਹੋਏ। ਮੈਨੂੰ ਤਾਂ ਅਕਸਰ ਬਾਹਰੋਂ ਵੀ ਇਸ ਤਰ੍ਹਾਂ ਦੇ ਫੋਨ ਆਉਂਦੇ ਹੁੰਦੇ ਸੀ ਜਿਹੜੇ ਉੱਥੋਂ ਦੀ ਲੰਘ ਕੇ ਜਾਂਦੇ ਹੁੰਦੇ ਸੀ, ਕਿਉਂਕਿ ਹਿਲ ਸਟੇਸ਼ਨ ਤੇ ਮੋਸਟਲੀ ਸਾਰੇ ਬੰਦੇ, ਕੋਈ ਵੀ ਹੈ ਨਹੀਂ ਅਛੂਤਾ ਨਹੀਂ ਰਿਹਾ ਜਿਹੜਾ ਨਹੀਂ ਜਾਂਦਾ। ਉਹ ਕਹਿੰਦੇ ਵੀ ਤੁਸੀਂ ਇਹੋ ਜਿਹਾ ਕੀ ਕਰ ਦਿੱਤਾ। ਮੈਂ ਕਿਹਾ ਵੀ ਇਹ ਆਯੁਰਵੇਦ ਦੇ ਗੋਇਲ ਹੈਗੇ ਆ ਤੇ ਉਹਨਾਂ ਦੀ ਕਰਾਮਾਤ ਹੈ, ਉਹ ਇਸ ਤਰ੍ਹਾਂ ਜੁੜੇ ਹੋਏ ਨੇ ਤੇ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਸਮਾਜ ਦੀ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ। ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਗੋਇਲ ਸਾਹਿਬ। ਤੇ ਮੈਨੂੰ ਪਤਾ ਹੈ ਤੁਸੀਂ ਬਹੁਤ ਸੁਸਾਇਟੀ ਦੀ ਸੇਵਾ ਕਰ ਰਹੇ ਹੋ ਔਰ ਆਪਣੇ ਆਯੁਰਵੈਦਿਕ ਮੈਡੀਸਨਸ ਦੇ ਨਾਲ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਠੀਕ ਵੀ ਕੀਤਾ ਹੈ। ਤੇ ਤੁਹਾਡੀ ਜਿਹੜੀ ਮੈਡੀਸਨ ਦਾ ਨਾਮ ਵਰਦਾਨ ਹੈ ਔਰ ਤੁਸੀਂ ਅਸਲ ਦੇ ਵਿੱਚ ਜਿਹੜੇ ਸਮਾਜ ਲਈ ਵਰਦਾਨ ਹੋ ਇੱਕ। ਤੇ ਬਹੁਤ ਅੱਛਾ ਲੱਗਿਆ ਤੁਹਾਡੇ ਸ਼ੋਅ ਦੇ ਵਿੱਚ ਆ ਕੇ ਤੇ ਸਾਨੂੰ ਤੁਸੀਂ ਮਾਣ ਬਖਸ਼ਿਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸ ਮਾਣ ਦੇ ਤੁਸੀਂ ਹੱਕਦਾਰ ਹੋ ਜੀ, ਕਿਉਂਕਿ ਤੁਹਾਨੂੰ ਦੇਖ ਦੇਖ ਕੇ ਜਨਰੇਸ਼ਨ ਜਿਉਂਦੀ ਆ। ਜਨਰੇਸ਼ਨ ਮਤਲਬ ਜਦੋਂ ਕਹਿੰਦੀ ਹੈ ਕਿ ਬਦਲਾ ਜੱਟੀ ਦਾ, ਤੇ ਫਿਰ ਇੱਕ ਨਾਰੀ ਜਿਹੜੀ ਆ ਉਹ ਮਤਲਬ ਸਾਕਸ਼ਾਤ ਚੰਡੀ ਦਾ ਰੂਪ ਲੈ ਕੇ ਖੜੀ ਹੋ ਜਾਂਦੀ ਹੈ ਜਦੋਂ ਉਹਨੇ ਇੱਦਾਂ ਦੇ ਰੂਪ ਦੇਖੇ ਹੁੰਦੇ ਆ। ਕਿ ਹੁਣ ਅਸੀਂ ਵੀ ਦੇਖਿਆ ਬਦਲਾ ਜੱਟੀ ਦਾ, ਜਦੋਂ ਫਿਲਮ ਅਸੀਂ ਦੇਖੀ ਹੈ ਸਕਰੀਨ ਤੇ, ਹੁਣ ਵੀ ਕਦੇ ਕਦੇ ਦੇਖਦੇ ਹਾਂ ਤਾਂ ਉਹਦੇ 'ਚ ਫਿਰ ਐਂ ਦੇਖਦੇ ਹਾਂ ਵੀ ਵਾਕਈ ਇੱਕ ਮਤਲਬ ਨਾਰੀ ਜਦੋਂ ਆਪਦੇ ਆਪ 'ਚ ਆ ਜਾਂਦੀ ਹੈ ਫਿਰ ਕਮਾਲ ਕਰਦੀ ਆ ਉਹ। ਤੇ ਮਾਲ ਸਾਹਿਬ ਦਾ ਤਾਂ ਕਹਿਣਾ ਹੀ ਕਿਆ, ਉਹ ਵੀ ਨਾਰੀ ਮਾਲਵੇ ਦੀ ਹੋਵੇ। ਤੇ ਉਸ ਤੋਂ ਬਾਅਦ ਮਾਲ ਸਾਹਿਬ ਦੀ ਗੱਲ ਕਿਹਾ, ਜਦੋਂ ਇਹ ਸਕਰੀਨ ਤੇ ਆ ਜਾਂਦੇ ਆ ਤਾਂ ਸਕਰੀਨ ਦੀ એનર્ਜੀ ਹੀ ਅਲੱਗ ਹੋ ਜਾਂਦੀ ਹੈ, ਇੱਕ ਡਿਫਰੈਂਟ ਚੀਜ਼ ਮਤਲਬ ਦੇਖਣ ਨੂੰ ਮਿਲਦੀ ਹੈ। ਇੱਦਾਂ ਤਾਂ ਸਾਰੇ ਆਰਟਿਸਟ ਆਪਣੀ ਜਗ੍ਹਾ ਬਹੁਤ ਗੁੱਡ ਨੇ, ਤੇ ਲੇਕਿਨ ਮਾਲ ਸਾਹਿਬ ਦਾ ਇੱਕ ਸਕਰੀਨ ਤੇ ਕਬਜ਼ਾ ਆਪਦਾ ਹੀ ਹੁੰਦਾ ਫਿਰ ਜਦੋਂ ਇਹ ਮਾਲ ਸਾਹਿਬ ਬਹੁਤ ਟਾਈਮ ਦਿੱਤਾ ਜੀ ਸਕਰੀਨ ਨੂੰ। ਗੋਇਲ ਸਾਹਿਬ, ਅਸੀਂ ਚਾਹੁੰਦੇ ਹਾਂ ਕਿ ਅਸੀਂ ਹੋਰ ਵੀ એનર્ਜੀ ਨਾਲ ਸਕਰੀਨ ਤੇ ਆਈਏ। ਸਾਨੂੰ ਕੁਝ ਥੋੜ੍ਹੀਆਂ ਜਿਹੀਆਂ ਪ੍ਰੋਬਲਮ ਆਉਂਦੀਆਂ ਨੇ, ਮੈਨੂੰ ਲੱਗਦਾ ਲੇਡੀਜ਼ ਨੂੰ ਜ਼ਿਆਦਾ ਆਉਂਦੀਆਂ ਨੇ ਆਫਟਰ 50s। ਤੁਹਾਨੂੰ ਜੁਆਇੰਟ ਪੇਨ, ਕਾਵਸ ਪੇਨ, ਇਹ ਕਿਉਂ ਹੁੰਦੀਆਂ ਨੇ? ਇਹ ਤੁਹਾਡਾ ਕੁਐਸਚਨ ਬਹੁਤ ਗੁੱਡ ਹੈ। ਇਹ ਕਿਉਂ ਹੁੰਦੀਆਂ ਨੇ? ਜਦੋਂ ਦਾ ਅਸੀਂ ਆਪਦੀ ਰਸੋਈ ਨੂੰ ਕਿਚਨ ਬਣਾਇਆ ਨਾ, ਉਦੋਂ ਤੋਂ ਇਹ ਪ੍ਰੋਬਲਮ ਸਟਾਰਟ ਹੋਈ। ਕਿਉਂਕਿ ਰਸੋਈ ਦੇ ਵਿੱਚ ਕੀ ਹੁੰਦਾ ਸੀ, ਕਾਜੂ, ਬਦਾਮ, ਸੁੰਡ, ਜਵੈਣ, ਜੀਰਾ, ਹੈ ਨਾ, ਹਲਦੀ, ਹਰ ਚੀਜ਼ ਉਹਦੇ 'ਚ ਮੌਜੂਦ ਹੁੰਦੀਆਂ ਸੀ। ਹੁਣ ਜਿਵੇਂ ਕਲੌਂਜੀ ਹੋ ਗਈ, ਮੇਥੀ ਦਾਣਾ ਹੋ ਗਿਆ, ਸਾਡੇ ਬਜ਼ੁਰਗ, ਉਹ ਹੁਣ ਕੀ ਹੋ ਗਿਆ, ਹੁਣ ਅਸੀਂ ਉਹਨੂੰ ਕਿਚਨ ਬਣਾ ਲਿਆ। ਕਿਚਨ ਦੇ ਵਿੱਚ ਕੀ ਆ ਗਿਆ, ਬਰਗਰ, ਪੀਜ਼ੇ, ਹੈ ਜੀ, ਤੇ ਨਾਲ ਕੋਲਡ ਡਰਿੰਕ ਆ ਗਿਆ, ਉਹਦੇ ਵਿੱਚ ਫਿਰ ਉਹ ਕਿਚ ਸ਼ੁਰੂ ਹੋ ਗਈ। ਕਿੱਥੇ ਤਾਂ ਸਾਡੀ ਮਾਂ, ਸਾਡੀ ਦਾਦੀ ਚਾਅ ਨਾਲ ਬਣਾਉਂਦੀ ਸੀ ਖਾਣਾ, ਜੇ ਡਾਂਟਦੀ ਵੀ ਸੀ ਉਹ ਵੀ ਇੱਕ ਉਹਦੇ ਡਾਂਟ 'ਚ ਵੀ ਪਿਆਰ ਹੁੰਦਾ ਸੀ। ਕਿੱਥੇ ਹੁਣ ਸਾਡੇ ਘਰੇ ਇੱਕ ਕੰਮ ਵਾਲੀ ਨੇ ਆਉਣਾ, ਉਹ ਘਰੋਂ ਲੜ ਕੇ ਆਈ ਆ, ਤੁਹਾਡੇ ਭਾਂਡੇ ਭੰਨੀ ਜਾਂਦੀ ਆ, ਤੇ ਉਹ ਜਿਹੋ ਜਿਹਾ ਬਣਾਊਗੀ, ਜਿਹੋ ਜਿਹਾ ਕਹਿੰਦੇ ਨੇ ਬਣੂਗਾ ਅੰਨ, ਉਹੋ ਜਿਹਾ ਹੋਊਗਾ ਤੁਹਾਡਾ ਖਾਣ ਵਾਲਿਆਂ ਦਾ ਮਨ। ਤਾਂ ਉਹ ਜਿਹੜੀ ਚੀਜ਼ ਆ ਉਹ ਤੁਹਾਨੂੰ ਪਤਾ ਲੱਗਦਾ ਕਿ ਉਹ ਸਾਡੀ ਹੈਲਥ 'ਤੇ ਚੀਜ਼ਾਂ ਅਸਰ ਕਰਦੀਆਂ ਨੇ। ਜਿਵੇਂ ਹੁਣ ਮੰਨ ਲਓ ਅਸੀਂ ਬਚਪਨ ਦੇਖਿਆ ਹੋਇਆ, ਮੈਂ ਤੁਹਾਨੂੰ ਆਪਦੀ ਗੱਲ ਕਰਦਾ, ਅਸੀਂ ਪੇਂਡੂ ਜੀਵਨ ਬਹੁਤ ਜੀਆ। ਅਸੀਂ ਡੰਗਰ ਬੱਛਾ ਸਾਰਾ ਰੱਖਿਆ ਹੋਇਆ ਸੀ, ਕਿਉਂਕਿ ਅੱਗੇ ਬਾਣੀਆਂ ਦੇ ਘਰਾਂ 'ਚ ਵੀ ਸਾਰਾ ਉਵੇਂ ਹੁੰਦਾ ਸੀ ਮਾਹੌਲ, ਤੇ ਹਾਰੇ ਖੁਰਲੀਆਂ ਸਭ ਹੁੰਦੀਆਂ ਸੀ। ਤੇ ਉਹ ਜਦੋਂ ਮੇਰੇ ਨਾ ਇੱਕ ਵਾਰੀ ਬੋਡੀ 'ਚ ਖਾਰਿਸ਼ ਹੋਣ ਲੱਗ ਗਈ, ਜਿਹਨੂੰ ਰਕਤ ਪਿੱਤੀ ਕਹਿੰਦੇ,
ਤਾਂ ਉਹ ਸਾਡੇ ਦਾਦੀ ਮਾਂ ਸੀਗੇ ਜਿਹੜੇ, ਉਹਨਾਂ ਨੇ ਕੀ ਕਰਿਆ, ਉਹ ਗੋਹਾ ਲਿਆ, ਗੋਬਰ, ਉਹ ਮੇਰੇ ਪਿੰਡੇ ਤੇ ਮਲਣਾ ਸ਼ੁਰੂ ਕਰਤਾ। ਅੱਛਾ। ਤੇ ਉਸ ਤੋਂ ਬਾਅਦ ਨਲਾ ਦੇਣਾ, ਤੇ ਫਿਰ ਗਾਜਨੀ ਜਿਹੜੀ ਆਪਾਂ ਫੱਟੀ ਤੇ ਮਲਦੇ ਸੀ, ਫੱਟੀਆਂ ਬਣਾਉਂਦੇ ਸੀ, ਉਹ ਗਾਜਨੀ ਮਲ ਦੇਣੀ ਪਿੰਡੇ ਤੇ, ਔਰ ਤੋੜ ਦੇਣਾ ਨਿੱਕਰ ਪਾ ਕੇ ਵੀ ਜਾ ਪੁੱਤ, ਨਾਲੇ ਸੁੱਕ ਜੂਗੀ ਨਾਲੇ ਖੇਡਿਆ। ਜਦੋਂ ਆ ਕੇ ਫਿਰ ਨਹਾਉਣਾ ਨਾ ਜੀ, ਮਜਾਲ ਹੈ ਸਕਿਨ ਦੀ ਕੋਈ ਪ੍ਰੋਬਲਮ ਜਾਂ ਕੋਈ ਖਾਜ ਹੋ ਜੇ। ਹੁਣ ਮਾੜੀ ਜੀ ਸਕਿਨ ਤੇ ਖਾਜ ਹੋ ਜੇ, ਪਹਿਲਾਂ ਸਕਿਨ ਸਪੈਸ਼ਲਿਸਟ ਲੱਭਦੇ ਆ, ਤੇ ਉਹ ਬੱਚਿਆਂ ਨੂੰ ਦਵਾਈਆਂ ਸ਼ੁਰੂ ਕਰ ਦਿੰਦੇ ਆ, ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਖਰਾਬ ਕਰ। ਸਭ ਤੋਂ ਪਹਿਲਾਂ ਪੇਨ ਕਿਲਰ ਦਿੰਦੇ ਨੇ, ਪੇਨ ਕਿਲਰ ਦਿੰਦੇ, ਬਸ ਉੱਥੋਂ ਵੇੜਾ ਗਰਕ। ਪੇਨ ਕਿਲਰ ਤਾਂ ਜਿਹੜੀ ਹੋ ਗਈ ਟਾਈਮ ਬੀਇੰਗ। ਤੁਹਾਨੂੰ ਇੱਕ ਚੀਜ਼ ਦੱਸਦਾ, ਪੇਨ ਕਿਲਰ ਸਭ ਤੋਂ ਵੱਡਾ ਪੇਨ ਕਿਲਰ ਸਾਡੀ ਰਸੋਈ 'ਚ ਰਹਿੰਦਾ। ਹਾਂ, ਇਹ ਹੈ ਹਲਦੀ। ਹਲਦੀ, ਅੱਛਾ। ਦੱਸੋ ਇਸ ਤੋਂ ਵੱਡਾ ਪੇਨ ਕਿਲਰ, ਇਸ ਤੋਂ ਵੱਡਾ ਕਾਫ ਪੇਨ ਦਾ ਸਭ ਤੋਂ ਬੈਸਟ ਫਰੈਂਡ ਹੈ ਇਹ। ਹਾਂ, ਔਰ ਹਲਦੀ ਨੂੰ ਜਦੋਂ ਅਸੀਂ ਬਣਾਇਆ ਨਾ ਜੀ, ਔਰ ਅਸੀਂ ਇਹਦੇ ਤੇ ਕੰਮ ਸ਼ੁਰੂ ਕਰਿਆ ਸੀ 1992 ਤੋਂ ਕੰਮ ਸ਼ੁਰੂ ਕਰਿਆ। ਪਹਿਲਾ ਕੰਮ ਅਸੀਂ ਕੀਤਾ ਜੀ ਕਾਲੀ ਹਲਦੀ ਤੇ। ਹਾਂ, ਔਰ ਬਹੁਤ ਲੋਕਾਂ ਨੇ ਕਾਲੀ ਹਲਦੀ ਬਾਰੇ ਸੁਣਿਆ ਵੀ ਨਹੀਂ ਹੈਗਾ। ਨਹੀਂ, ਮੈਂ ਹੁਣੇ ਸੁਣਿਆ ਕੁਝ ਦਿਨ ਪਹਿਲਾਂ ਕਿ ਕਾਲੀ ਹਲਦੀ ਹੁੰਦੀ ਹੈ, ਔਰ ਇਹਨੂੰ ਤਾਂਤਰਿਕ ਲੋਕ ਯੂਜ਼ ਕਰਦੇ ਸੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ। ਤੇ ਲੇਕਿਨ ਇਹ ਐਕਚੁਅਲ ਜਿਹੜੀ ਹੈ, ਇਹ ਸਾਡੀ ਬਾਡੀ ਦਾ ਔਰਾ ਸੈੱਟ ਕਰਦੀ ਆ। ਨਹੀਂ ਗੋਇਲ ਸਾਹਿਬ, ਇਹਨੂੰ ਲੈਣਾ ਕਿਵੇਂ ਆ? ਦੇਖੇ ਹਲਦੀ ਹਰ ਬੰਦਾ ਕਹਿੰਦਾ ਹਲਦੀ ਲਓ, ਲੇਕਿਨ ਇਹਨੂੰ ਲੈਣ ਦਾ ਕੋਈ ਤਰੀਕਾ ਵੀ ਹੋਣਾ ਚਾਹੀਦਾ। ਉਸੇ ਲਈ ਡੱਬੀ 'ਚ ਪਾ ਕੇ ਦਿੱਤੀ, ਹੁਣ ਲੈਂਦੇ ਆ ਲੋਕੀ, ਨਾਲ ਚਮਚਾ ਦਿੱਤਾ ਵੀ ਇਹਨੂੰ ਲੈਣਾ ਕਿੱਦਾਂ। ਤੇ ਇਹਦੇ ਵਿੱਚ ਕਾਲੀ ਹਲਦੀ, ਇੱਕ ਸੇਲਮ ਦੀ ਹਲਦੀ ਜਿਹੜੀ ਆਪਣੇ ਆਮ ਕਿਚਨ 'ਚ ਹੁੰਦੀ ਹੈ, ਔਰ ਫਿਰ ਇਹਦੇ 'ਚ ਦਾਰੂ ਹਲਦੀ। ਅੱਛਾ, ਦਾਰੂ ਹਲਦੀ ਕੀ ਹੁੰਦੀ ਹੈ? ਦਾਰੂ ਹਲਦੀ ਇੱਕ ਲੱਕੜੀ ਹੈ, ਉਹ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਹੈ, ਜੋੜਾਂ ਦੇ ਦਰਦਾਂ ਨੂੰ ਕਵਰ ਕਰਦੀ ਹੈ। ਫਿਰ ਇਹਦੇ ਵਿੱਚ ਅੰਬਾ ਹਲਦੀ ਜਿਹੜੀ ਡਾਇਬੀਟਿਸ, ਜਿਹੜੀ ਸ਼ੂਗਰ ਨੂੰ ਕੰਟਰੋਲ ਕਰਦੀ ਹੈ, ਔਰ ਸਰਵਾਈਕਲ 'ਚ ਫਾਇਦਾ ਕਰਦੀ ਹੈ। ਫਿਰ ਇਹਦੇ ਵਿੱਚ ਇੱਕ ਭਾਈ ਜੀ ਜੰਗਲੀ ਹਲਦੀ, ਮੈਦਾ ਲੱਕੜੀ ਦਾ ਪਾਊਡਰ। ਉਹ ਜਿਹੜਾ ਮੈਦਾ ਲੱਕੜੀ ਦਾ ਪਾਊਡਰ ਹੈ ਨਾ ਜੀ, ਉਹ ਤੁਸੀਂ ਐ ਸਮਝ ਲਓ ਮਾਲ ਸਾਹਿਬ ਵੀ ਜਿਨ੍ਹਾਂ ਨੂੰ ਜੋੜਾਂ 'ਚ ਦਰਦ ਹੈ, ਜਾਂ ਇਹ ਕਹਿ ਦਿੱਤਾ ਜਾਂਦਾ ਵੀ ਤੈਨੂੰ ਗਠੀਆ ਹੋ ਗਿਆ, ਉਹਦੇ ਲਈ ਇਹ ਇਕੱਲਾ ਹੀ ਬਹੁਤ ਹੁੰਦਾ। ਮਤਲਬ ਇਹ ਜਿਹੜੀਆਂ 5 ਚੀਜ਼ਾਂ ਮੈਂ ਬੋਲੀਆਂ ਨੇ, ਆਪਾਂ ਗੱਲਾਂ ਕਰਦੇ ਕਰਦੇ ਬੋਲਤੀਆਂ, ਔਰ ਜਿਹੜੇ ਵਿਦਵਾਨ ਲੋਕ ਨੇ ਇਹਨੂੰ ਨੋਟ ਕਰ ਲੈਣ, ਘਰੇ ਬਣਾ ਲੈਣ। ਇਹ ਨਹੀਂ ਹੈ ਕਿ ਤੁਸੀਂ ਗੋਇਲ ਤੋਂ ਹੀ ਖਰੀਦਣੀ ਆ ਕੇ, 140 ਕਰੋੜ ਦੀ ਆਬਾਦੀ ਹੈ, ਕਿੱਥੇ ਕਿੱਥੇ ਭੇਜਾਂਗੇ। ਤੁਸੀਂ ਇਹਨੂੰ ਘਰੇ ਬਣਾਓ, ਘਰੇ ਖਾਓ, ਹੈ ਨਾ। ਤੇ ਜੇ ਤੁਹਾਨੂੰ ਲੱਗਦਾ ਵੀ ਗੋਇਲ ਸਾਹਿਬ ਕੋਲੋਂ ਲੈਣੀ ਹੈ ਤਾਂ ਵੀ ਕੋਈ ਗੱਲ ਨਹੀਂ, ਤੁਸੀਂ ਮੰਗਾ ਸਕਦੇ ਹੋ। ਪਿਓਰਿਟੀ ਦੇ ਵਿੱਚ ਬਹੁਤ ਇਹਨੂੰ ਲੈਣਾ ਕਿਵੇਂ ਸਰ? ਗਰਮ ਪਾਣੀ ਨਾਲ ਲੈਣਾ, ਦੁੱਧ ਨਾਲ ਲੈਣਾ? ਗਰਮ। ਇਹਦਾ ਬੜਾ ਸਿੰਪਲ ਫੰਡਾ ਹੈ ਜੀ। ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਵਗੈਰਾ ਰਹਿੰਦਾ, ਉਹ ਜਾਂ ਆਮ ਨਾਰਮਲ ਜਿਹੜਾ ਕਾਫ ਪੇਨ ਆ, ਮਸਲਸ ਦੇ ਅੰਦਰ ਬਰੀਕ ਵੇਨਸ ਹੁੰਦੀਆਂ ਨੇ ਜੀ। ਤੁਸੀਂ ਕਦੇ ਦੇਖਿਆ ਹੋਊਗਾ ਮੈਡਮ, ਕਦੀ ਵੀ ਮੌਕਾ ਮਿਲੇ, ਆਪਣੇ ਨਾ ਇਦਾਂ ਲੱਤਾਂ ਦੇ ਵਿੱਚ ਬਰੀਕ ਨੀਲੀਆਂ ਨੀਲੀਆਂ ਨਸਾਂ ਪੈਦਾ ਹੋ ਜਾਂਦੀਆਂ। ਉਹ ਜਿਹਨੂੰ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਵੈਰੀਕੋਜ਼ ਵੇਨਸ, ਤਾਂ ਉਹ ਚੀਜ਼ ਉੱਥੇ ਬਲੱਡ ਕਲੌਟ ਹੋ ਜਾਂਦਾ। ਉਹ ਬਲੱਡ ਸਰਕੂਲੇਟ ਨਹੀਂ ਕਰਦਾ, ਦਰਦ ਬਹੁਤ ਹੁੰਦਾ, ਜਾਨ ਨਿਕਲਦੀ ਹੈ। ਉਹਦੇ ਲਈ ਇਹ ਹਲਦੀ ਕਮਾਲ ਹੈ ਜੀ। ਅੱਛਾ, ਕਿਤੇ ਜਾਣ ਦੀ, ਕਿਤੇ ਸਰਜਰੀ ਦੀ ਲੋੜ ਨਹੀਂ ਪੈਂਦੀ। ਜੇ ਕਿਤੇ ਤੁਸੀਂ 1 ਸਾਲ ਇਹਨੂੰ ਕੋਈ ਲੈ ਲਵੇ, ਸਿਰਫ ਸੰਡੇ ਨੂੰ ਛੱਡ ਦੋ, ਮੰਡੇ ਨੂੰ, ਕਿਸੇ ਇੱਕ ਦਿਨ ਛੱਡ ਦੋ, ਹਫ਼ਤੇ 'ਚ 6 ਦਿਨ ਖਾਓ, ਤਾਂ ਇਹਦਾ ਇੱਕ ਮਤਲਬ ਅੱਧਾ ਕੁ ਚਮਚ ਜੀ, ਅੱਧਾ ਚਮਚ ਛੋਟੇ ਵਾਲਾ, 1 ਕੱਪ ਦੁੱਧ ਦੇ ਵਿੱਚ, ਚਾਹੇ ਤਾਂ ਉਬਲਦੇ ਦੁੱਧ 'ਚ ਪਾ ਕੇ ਉਹਨੂੰ ਢੱਕ ਕੇ ਰੱਖ ਦੋ ਤਾਂ ਲੈ ਲਓ, ਜਾਂ ਦੁੱਧ 'ਚ ਬੋਇਲ ਕਰਕੇ ਲੈ ਲਓ। ਉਹਦਾ ਅਸਰ ਆਣਾ ਚਾਹੀਦਾ ਪੂਰਾ। ਇਹਦਾ ਕਰਕਿਊਮਿਨ ਸਾਲਟ ਨਿਕਲ ਆਉਂਦਾ ਜੀ। ਹੁਣ ਲੋਕਾਂ ਨੂੰ, ਕਈਆਂ ਨੂੰ ਇਹ ਵੀ ਕਰਕਿਊਮਿਨ ਕੀ ਹੈ? ਕਰਕਿਊਮਿਨ ਹਲਦੀ ਦਾ ਐਕਸਟ੍ਰੈਕਟ ਹੈ, ਕੈਂਸਰ ਕਾਰਕ ਆ, ਕੈਂਸਰ ਦੀ ਬਿਮਾਰੀ 'ਚ ਫਾਇਦਾ ਕਰਦਾ। ਮਤਲਬ ਜਦੋਂ ਪਿੱਛੇ ਜੇ ਕਰੋਨਾ ਹੋਇਆ ਸੀ ਨਾ ਜੀ, ਉਦੋਂ ਇਹਦਾ ਅਵਿਸ਼ਕਾਰ ਹੋਇਆ ਸੀ। ਐਕਚੁਅਲ ਸਾਡੇ ਵੈਦ ਜੀ ਨੇ ਕਰਿਆ ਸੀ ਕਿ ਕਰੋਨਾ ਕਾਲ ਦੇ ਵਿੱਚ ਇਹਦਾ ਚਮਚਾ ਖਾਈ ਜਾਓ, ਜਿਹਨੂੰ ਮਰਜ਼ੀ ਜੱਫੀਆਂ ਪਾਈ ਜਾਓ, ਕੁਝ ਨਹੀਂ ਹੁੰਦਾ। ਇਹਨੇ ਵਾਕਈ ਕਮਾਲ ਕੀਤਾ ਜੀ ਉਹਨਾਂ ਦਿਨਾਂ ਦੇ ਵਿੱਚ। ਤੇ ਇਹ ਇਸ ਕਰਕੇ ਪੰਚਮ ਹਲਦੀ ਜਿਹੜੀ ਆ, ਇਹ ਸਭ ਤੋਂ ਬੈਸਟ ਪੇਨ ਕਿਲਰ ਮੰਨਿਆ ਗਿਆ। ਔਰ ਸਾਡਾ ਵਰਦਾਨ ਆਯੁਰਵੈਦਿਕ ਦੇ ਵਿੱਚ ਇਹੀ ਮੋਟਿਵ ਹੈ ਵੀ ਕਿਸੇ ਨੂੰ ਕੋਈ ਕੈਮੀਕਲ ਨਾ ਦਿੱਤਾ ਜਾਵੇ, ਕਿਸੇ ਨੂੰ ਕੋਈ ਮੈਟਲ ਜਾਂ ਜਿਵੇਂ ਭਸਮਾ ਪਾ ਦਿੰਦੇ ਆ ਸਾਡੇ ਵੈਦ ਲੋਕ, ਉਹ ਵੀ ਨਾ ਦਿੱਤੀਆਂ ਜਾਣ। ਮੈਟਲ ਮਤਲਬ ਟੋਟਲ ਹਰਬਸ ਦੇ ਨਾਲ, ਜਿਵੇਂ ਹੁਣ ਅਸੀਂ ਕਾਲਾ ਗੂੰਦ ਬਣਾਇਆ ਜੀ। ਕਿੰਨੀ ਦੇਰ 'ਚ ਇਫੈਕਟ ਕਰਦੀ ਹੈ? ਇਹਦਾ ਇਫੈਕਟ ਪਹਿਲੇ ਦਿਨ ਹੀ ਜੀ। ਤੁਸੀਂ ਰਾਤ ਨੂੰ ਚਮਚ ਦੁੱਧ 'ਚ ਲੈ ਕੇ ਸੋਵੋਗੇ, ਸਵੇਰੇ ਜਦੋਂ ਉੱਠੋਗੇ, ਕਈ ਲੋਕਾਂ ਨੂੰ ਸਵੇਰੇ ਉੱਠਣ ਲੱਗੇ ਮੁਸੀਬਤ ਪੈ ਜਾਂਦੀ ਹੈ ਵੀ ਜਦੋਂ ਅਸੀਂ ਪੈਰ ਥੱਲੇ ਲਾਵਾਂਗੇ ਪੈਰਾਂ 'ਚ ਦਰਦ ਹੋਊਗਾ, ਸਰੀਰ ਨਹੀਂ ਉੱਠਦਾ। ਉਹ ਸਵੇਰੇ ਜਦੋਂ ਫੁੱਲ ਵਾਂਗੂ ਉੱਠਦਾ, ਉੱਠਣ ਸਾਰ ਕਹਿੰਦਾ ਥੈਂਕ ਯੂ ਗੋਇਲ ਸਾਹਿਬ, ਕਮਾਲ ਦੀ ਚੀਜ਼ ਦੱਸਤੀ ਤੁਸੀਂ, ਹੈ ਨਾ। ਉਹ ਥੈਂਕ ਯੂ ਮੇਰੇ ਕੋਲ ਆਪੇ ਹੀ ਪਹੁੰਚ ਜਾਂਦਾ, ਕਿਉਂਕਿ ਜਦ ਉਹਦੀ ਸਿਹਤ ਠੀਕ ਹੁੰਦੀ ਹੈ, ਸਾਨੂੰ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਆਸ਼ੀਰਵਾਦ ਦਿੰਦਾ। ਕਿਉਂਕਿ ਇਹਦੇ ਵਿੱਚ ਤੁਸੀਂ ਇੱਕ ਹੋਰ ਵੀ ਚੀਜ਼ ਦੱਸੀ ਹੈ ਨਾ ਵੀ ਇਹ ਜਿਹੜੀ ਆਪਣਾ ਐਸਿਡ, ਕਿਹੜਾ ਯੂਰਿਕ ਐਸਿਡ ਵਗੈਰਾ ਵੱਧ ਜਾਂਦਾ, ਲੇਕਿਨ ਜਿਹੜੇ ਪੈਰਾਂ ਦੀ ਗੱਲ ਦੱਸੀ ਹੈ, ਉਹ ਯੂਰਿਕ ਐਸਿਡ ਨੂੰ ਵੀ ਕੰਟਰੋਲ ਕਰਦੀ ਹੈ। ਪੈਰਾਂ 'ਚ ਦਰਦ ਕਿਉਂ ਹੁੰਦਾ ਜੀ? ਉਹ ਕਹਿੰਦੇ, ਲੋਕੀ ਕਹਿੰਦੇ ਹੱਡੀ 'ਚ ਦਰਦ ਹੋ ਰਿਹਾ, ਉਹ ਸਿਰਫ ਸਾਡੀਆਂ ਵੇਨਸ ਨੇ ਜੀ ਬਰੀਕ। ਜਦੋਂ ਦੀ ਬਲੌਕੇਜ
ਐਕਸਰਸਾਈਜ਼ ਖੁੱਲ ਜਾਂਦੀ ਹੈ, ਸਾਰਾ ਕੁਝ। ਨਹੀਂ, ਜਿਵੇਂ ਆਪਣੇ ਅੱਡੀਆਂ 'ਚ ਪਿੰਜਰੀਆਂ 'ਚ ਕਦੇ ਥੋੜੀ ਸਵੈਲਿੰਗ ਹੋ ਜਾਂਦੀ ਹੈ, ਉਹਦਾ ਕੀ ਰੀਜ਼ਨ ਹੈ? ਉਹ ਨਾਰਮਲੀ ਜੀ ਇਹੀ ਵੇਨਸ ਦੀ ਉਹ ਪ੍ਰੋਬਲਮ ਆ। ਜਿਵੇਂ ਕਈਆਂ ਦਾ ਯੂਰਿਕ ਐਸਿਡ ਵਧਣ ਕਰਕੇ ਵੀ ਹੁੰਦੀ ਆ, ਕਈਆਂ ਦੀ ਕਿਡਨੀ 'ਚ ਮਾੜੀ ਮੋਟੀ ਇਨਫੈਕਸ਼ਨ ਹੁੰਦੀ ਆ, ਉਹਦੇ ਕਰਕੇ ਸਵੈਲਿੰਗ ਆ ਜਾਂਦੀ ਆ। ਤਾਂ ਇਹ ਉਹਦੇ 'ਚ ਦੋਨਾਂ 'ਚ ਕੰਮ ਕਰਦੀ ਆ। ਅੱਛਾ, ਫਿਰ ਅਸੀਂ ਇਹਦੇ ਨਾਲ ਇੱਕ ਹੋਰ ਕੰਮ ਕੀਤਾ ਹੋਇਆ, ਕਾਲਾ ਗੂੰਦ ਕੈਪਸੂਲ ਤਿਆਰ ਕੀਤਾ ਹੋਇਆ। ਅੱਛਾ ਜੀ। ਜਿਹੜਾ ਕਾਲਾ ਗੂੰਦ ਹੈ ਮਾਲ ਸਾਹਿਬ, ਉਹ ਮਤਲਬ ਗੋਡਿਆਂ ਦੀ ਅਸਲੀ ਗਰੀਸ ਹੈ। ਰੱਬ ਨੇ ਪਹਿਲਾਂ ਹੀ ਬਣਾਤੀ ਤੀ ਜਦੋਂ ਦੁਨੀਆ ਸਾਜੀ ਸੀ। ਉਹਨੂੰ ਪਤਾ ਸੀਗਾ ਵੀ ਮੈਂ ਇਨਸਾਨ ਬਣਾਇਆ, ਇਹਦੇ ਗੋਡੇ ਖੜਕਣਗੇ ਇੱਕ ਦਿਨ, ਔਰ ਜਦੋਂ ਖੜਕਣਗੇ ਤਾਂ ਉਸ ਦਿਨ ਵਿਦੇਸ਼ੀ ਕੰਪਨੀਆਂ ਆ ਕੇ ਇਹਨੂੰ ਰਬੜ ਦੇ ਗੋਡੇ ਵੇਚੂਗੀ। ਸਾਰੀ ਬਾਡੀ ਦਾ ਭਾਰ ਗੋਡਿਆਂ ਤੇ ਗੋਡਿਆਂ ਤੇ ਆ। ਤੇ ਅੱਛਾ, ਅਸੀਂ ਸਾਰੇ ਭੋਲੇ ਭਾਲੇ ਆਪਾਂ ਲੋਕ ਆ, ਚਾਹੇ ਜਿੰਨਾ ਮਰਜ਼ੀ ਆਪਾਂ ਇੱਕ ਦੂਏ ਨੂੰ ਚੁਸਤ ਕਹਿ ਲਈਏ, ਐਂ ਕਹਿ ਲਈਏ, ਪਰ ਉੱਥੇ ਆ ਕੇ ਡਰ ਜਾਂਦੇ ਆ ਜਦੋਂ ਸਾਡੀ ਸਿਹਤ ਨਾਲ ਕੁਝ ਹੋ ਰਿਹਾ ਹੁੰਦਾ। ਇੱਕ ਗੱਲ ਹੋਰ ਹੈ, ਗੱਲ ਗੋਡਿਆਂ ਦੀ ਆ ਗਈ ਹੈ, ਤੇ ਅੱਜ ਕੱਲ ਗੋਡਿਆਂ ਦਾ ਬਹੁਤ ਪ੍ਰੋਬਲਮ ਆ ਰਹੀ ਹੈ। ਸਾਡੇ ਵੀ ਮੇਰੇ ਕੋਈ ਜਾਣਕਾਰ ਹੈਗੇ ਨੇ ਜਿਨ੍ਹਾਂ ਨੇ ਗੋਡੇ ਬਦਲਵਾ ਲਏ ਹੈ। ਗੋਡੇ ਬਦਲਾਉਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ, ਮੈਂ ਅੱਜ ਕੱਲ ਪਿੰਡ ਹੀ ਰਹਿੰਦਾ ਹਾਂ, ਤੇ ਉਹਨਾਂ ਨੇ ਬਦਲਵਾਏ ਤੇ ਸਵੇਰੇ ਉਹ ਲੱਗੇ ਹੋਏ ਵਾਕ ਕਰਨ। ਮੈਂ ਕਿਹਾ ਵੀ ਕੁਝ ਫਰਕ ਪਿਆ? ਕਹਿੰਦੇ ਜੀ ਮੇਰਾ ਇੱਕ ਦਾ ਤਾਂ ਪੈ ਗਿਆ। ਮੈਂ ਕਿਹਾ ਤੁਸੀਂ ਦੋਹੇ ਕਰਵਾ ਲਏ? ਕਹਿੰਦਾ ਨਹੀਂ, ਉਹਨਾਂ ਨੇ ਕਿਹਾ ਸੀ ਵੀ ਨਾਲ ਲੱਗਦੇ ਦੂਏ ਦੇ ਕਰਾ ਲਓ। ਮੈਂ ਕਿਹਾ ਦੂਆ ਤੇਰਾ ਫ੍ਰੀ ਕਰਵਾਇਆ? ਕਹਿੰਦਾ ਨਹੀਂ ਜੀ, ਫ੍ਰੀ ਤਾਂ ਨਹੀਂ ਕਰਵਾਇਆ, ਪੈਸੇ ਤਾਂ ਉਹਦੇ ਵੀ ਲਏ ਆ। ਲੇਕਿਨ ਜਿਹੜਾ ਆਯੁਰਵੈਦ ਦੇ ਵਿੱਚ ਇਹਦਾ ਕਿਸ ਹੱਦ ਤੱਕ ਇਲਾਜ ਹੈ ਕਿ ਸਾਰਿਆਂ ਨੂੰ ਹੁਣ ਫਿਰ ਗੋਡੇ ਬਦਲਵਾਉਣੇ ਪੈਣਗੇ? ਕੱਲ ਨੂੰ ਤਾਂ ਫਿਰ ਸਾਡੇ ਵੀ ਕਿਤੇ ਪ੍ਰੋਬਲਮ ਆਏਗੀ, ਸਾਨੂੰ ਵੀ ਬਦਲਵਾਉਣੇ ਪੈਣੇ। ਮਾਲ ਸਾਹਿਬ, ਇੱਕ ਕਹਾਵਤ ਹੈ ਆਪਣੇ ਪੰਜਾਬੀਆਂ ਦੀ ਸਭ ਤੋਂ ਵੱਡੀ, ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਵੀ ਜੋ ਦਿਖਦਾ ਹੈ ਉਹ ਵਿਕਦਾ ਹੈ ਨਾ। ਤੇ ਤੁਸੀਂ ਇਹ ਦੇਖੋ ਵੀ 1990 ਤੋਂ ਪਹਿਲਾਂ ਚਲੇ ਜਾਓ ਪਿੱਛੇ, ਉਦੋਂ ਤੱਕ ਬਹੁਤ ਆਪਾਂ ਸੇਫ ਸੀਗੇ। 1990 'ਚ ਆਪਾਂ ਸਿਰਫ ਟੈਲੀਵਿਜ਼ਨ ਹੀ ਦੇਖਦੇ ਸੀ, ਕੋਈ ਮੋਬਾਈਲ ਨਹੀਂ ਸੀ, ਕੁਛ ਨਹੀਂ ਸੀ। ਜੇ ਕਿਸੇ ਦਾ ਫੋਨ ਵੀ ਆ ਜਾਣਾ ਪਿੰਡ 'ਚ ਤਾਂ 50-60 ਘਰਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਉਹ ਬੰਦੇ ਦਾ ਫੋਨ ਆਇਆ ਹੋਇਆ, ਉਹਨੂੰ ਬੁਲਾਉਣ ਗਿਆ ਹੋਇਆ ਵੀ ਤੇਰਾ ਫੋਨ ਆਇਆ, ਉੱਦਾਂ ਦਾ ਫੋਨ। ਉਹ ਮਾਹੌਲ 'ਚ ਆਪਾਂ ਜ਼ਿੰਦਗੀ ਨੂੰ ਜੀਆ ਹੋਇਆ। ਤਾਂ ਇਹ ਕੀ ਸੀਗਾ, ਉਦੋਂ ਕੋਈ ਗੋਡਾ ਨਹੀਂ ਸੀ ਬਦਲਿਆ ਜਾਂਦਾ, ਕੋਈ ਆਪਰੇਸ਼ਨ ਨਹੀਂ ਸੀ ਹੁੰਦੇ। ਕਿਉਂਕਿ ਉਦੋਂ ਠੇਕੇ ਵੀ ਨਹੀਂ ਸੀ ਹੁੰਦੇ ਇੰਨੇ ਜ਼ਿਆਦਾ। ਹਾਂਜੀ, ਦੋ ਗੱਲਾਂ ਨੇ। ਤੇ ਫਿਰ ਉਦੋਂ ਇੰਨਾ ਜੰਕ ਫੂਡ ਨਹੀਂ ਸੀ ਹੁੰਦਾ। ਅਸੀਂ ਘਰੇਲੂ ਚੀਜ਼ਾਂ, ਕਈ ਵਾਰ ਤਾਂ ਅਸੀਂ ਮੱਕੀ ਦੀ ਰੋਟੀ ਤੇ ਸਾਗ ਰੱਖ ਕੇ ਇੱਧਰੋਂ ਤੋੜ ਲਾ ਖਾਈ ਜਾਂਦੇ ਸੀ, ਮੱਖਣ ਪਾ ਕੇ ਤੈਰਦਾ ਰਹਿੰਦਾ ਸੀ, ਹੱਥਾਂ ਨੂੰ ਲੱਗਿਆ ਉਹ ਮਲ ਲੈਣਾ, ਹੈ ਨਾ। ਉਹ ਜਿਹੜੀ ਜ਼ਿੰਦਗੀ ਆ ਹੁਣ ਤਾਂ ਰਹੀ ਨਹੀਂ ਜੀ। ਹੁਣ ਤੁਸੀਂ ਕਿਸੇ ਨੂੰ ਐ ਪੁੱਛ ਲਓ ਵੀ ਗੰਨੇ ਦਾ ਰਸ ਪੀਤੇ ਨੂੰ ਕਿੰਨੇ ਦਿਨ ਹੋ ਗਏ, ਉਹਨੂੰ ਯਾਦ ਵੀ ਨਹੀਂ ਹੋਣਾ ਕਦੋਂ ਪੀਤਾ ਸੀ, ਹੈ ਨਾ। ਗੁੜ ਨਹੀਂ ਖਾਂਦੇ ਲੋਕ, ਗੁੜ ਨੂੰ ਐ ਸਮਝਦੇ ਪਤਾ ਨਹੀਂ ਕੀ ਹੈ। ਮਤਲਬ ਗੋਲ ਸਾਹਿਬ, ਤੁਹਾਡਾ ਮਤਲਬ ਹੈ ਦੇਸੀ ਚੀਜ਼ਾਂ ਖਾਣੀਆਂ ਚਾਹੀਦੀਆਂ, ਦੇਸੀ ਚੀਜ਼ਾਂ ਖਾਣੀਆਂ। ਬਿਲਕੁਲ। ਅਸੀਂ ਦੇਖੋ ਮੈਡਮ, ਅੱਜ ਦੀ ਡੇਟ 'ਚ ਮਿਲਾਵਟ ਇੰਨੀ ਹੋ ਗਈ ਆ ਵੀ ਅਸੀਂ 100% ਤਾਂ ਉਹਦੇ 'ਚ ਨਹੀਂ ਜਾ ਸਕਦੇ, ਪਰ ਜਿੰਨਾ ਜਾ ਸਕਦੇ ਆ ਉਹਨਾਂ ਤਾਂ ਜਾਈਏ ਨਾ। ਬਟ ਇਹ ਵੀ ਹੋ ਸਕਦਾ ਕਿ ਪਹਿਲਾਂ ਇੰਨੇ ਟੈਸਟ ਨਹੀਂ ਹੁੰਦੇ ਸੀ, ਅਲਟਰਾਸਾਊਂਡ ਨਹੀਂ ਹੁੰਦੇ ਸੀ, ਐਕਸ-ਰੇ ਨਹੀਂ ਹੁੰਦੇ ਸੀ, MRIs ਨਹੀਂ ਹੁੰਦੀਆਂ ਸੀ, ਹੁਣ ਹੋਣ ਲੱਗ ਗਿਆ, ਹੁਣ ਸਾਨੂੰ ਪ੍ਰੋਬਲਮਸ ਦਾ ਪਤਾ ਲੱਗਿਆ। ਇਹ ਵੀ ਰੀਜ਼ਨ ਹੋ ਸਕਦਾ? ਨਹੀਂ, ਇਹ ਰੀਜ਼ਨ ਨਹੀਂ ਹੈ ਜੀ। ਤੁਸੀਂ ਐਕਸ-ਰੇ ਕਰਾ ਲਓ, ਗੋਡੇ 'ਚ ਇੰਨਾ ਗੈਪ ਦਿਖ ਰਿਹਾ। ਮੈਂ ਇੱਕ ਗੱਲ ਬਹੁਤ ਕਲੀਅਰ ਕਰਨ ਜਾ ਰਿਹਾ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਡੇ ਮਾਧਿਅਮ ਤੋਂ ਮਾਲ ਸਾਹਿਬ, ਕਿਉਂਕਿ ਤੁਹਾਡੀ ਜਿਹੜੀ ਇਸ ਟਾਈਮ ਗਰੋਇੰਗ ਏਜ ਆ, ਹੁਣ ਤੁਸੀਂ ਅੱਜ ਤੋਂ ਬਾਅਦ ਤੁਸੀਂ ਯੰਗ ਹੋਣ ਲੱਗ ਜਾਣਾ। ਅੱਛਾ, ਹਾਂ, ਮਤਲਬ ਕਮਾਲ ਹੈ। ਮਤਲਬ ਸ਼ੁਰੂਆਤ 7 ਤੋਂ ਹੀ ਕਰ ਦੋਗੇ ਤਾਂ ਬਹੁਤ ਵਧੀਆ ਗੱਲ ਹੈ। ਜਦੋਂ ਬੰਦਾ 61 ਦਾ ਹੋ ਜਾਂਦਾ ਫਿਰ ਉਹਨੂੰ ਅਸੀਂ 16 ਕਰ ਦਿੰਦੇ ਆ ਵੀ ਹੁਣ ਇਹ 16 ਦਾ ਹੋ ਗਿਆ। ਮੈਂ ਤਾਂ ਵੈਸੇ ਹੀ 17 ਕਹਿੰਦਾ ਹੁੰਦਾ। ਇਹਨਾਂ ਨੇ ਪੁੱਛਿਆ ਸੀ ਮੈਨੂੰ ਕਿ ਮੈਂ ਕਿਹਾ ਮੈਂ 17ਵਾਂ ਲੱਗਿਆ ਹੋਇਆ। ਫਿਰ ਤੁਸੀਂ ਅਸਲੀ ਉਮਰ ਦੱਸਤੀ, ਅੱਜ ਵੀ 17 ਸਾਲ ਦਾ। ਮਤਲਬ ਕਹਿਣ ਦਾ ਵੀ ਇਹ ਜਿਹੜਾ ਗੋਡੇ 'ਚ ਆਹ ਚੀਜ਼ ਮੈਂ ਅੱਜ ਬਹੁਤ ਗੌਰ ਨਾਲ ਤੁਸੀਂ ਦੇਖਿਓ ਮਾਲ ਸਾਹਿਬ, ਆਪਾਂ ਜਦੋਂ ਐਕਸ-ਰੇ ਕਰਾਉਣੇ ਆ ਇੰਨਾ ਗੈਪ ਦਿਖਦਾ ਉਹਦੇ ਵਿੱਚ। ਹਾਂਜੀ, ਦਿਖਦਾ ਨਾ, ਬਿਲਕੁਲ ਹੈ। ਉਹ ਜਦੋਂ ਗੈਪ ਦਿਖਦਾ ਤਾਂ ਆਪਾਂ ਨੂੰ ਕਿਹਾ ਜਾਂਦਾ ਤੇਰੇ ਗੋਡੇ 'ਚ ਗੈਪ ਆ ਗਿਆ, ਤੇਰਾ ਆਪਰੇਸ਼ਨ ਹੋਊਗਾ। ਜਦ ਕਿ ਇਹ ਗੈਪ ਨਹੀਂ ਹੈ, ਇਹ ਰੱਬ ਨੇ ਵਿੱਚ ਕੁਸ਼ਨ ਬਣਾਇਆ, ਆਲੇ ਦੁਆਲੇ ਲਿਗਾਮੈਂਟ ਦਿੱਤਾ, ਜਿਵੇਂ ਟ੍ਰੇਨ ਦੇ ਆਲੇ ਦੁਆਲੇ ਚੱਲਦਾ ਉਹ, ਤੇ ਅੱਗੇ ਉਹਨੇ ਚੱਪਣ ਲਾਇਆ ਵੀ ਇਹ ਲੀਕ ਨਾ ਕਰ ਜੇ, ਹੈ ਨਾ। ਉਹਨੇ ਚੱਪਣੀ ਵੀ ਦੇਖੋ ਕਿਸੇ ਕਬਜੇ ਨਾਲ ਤਾਂ ਨਹੀਂ ਠੋਕੀ, ਤੁਰੀ ਫਿਰਦੀ ਆ ਉਹ ਤਾਂ ਵੀ ਸਾਂਭਦੀ ਆ ਸਾਰਾ ਕੁਝ, ਕਿਤੇ ਹਿੱਲਦੀ ਨਹੀਂ। ਉਹਦਾ ਮਾਲਕ ਦੀਆਂ ਮਾਲਕ ਜਾਣੇ। ਲੇਕਿਨ ਆਯੁਰਵੇਦ ਵੀ ਕੁਛ ਨਾ ਕੁਛ ਉਹਦੇ ਬਾਰੇ ਜਾਣਦਾ ਕਿ ਉਹ ਜਿਹੜਾ ਵਿੱਚ ਕੁਸ਼ਨ ਹੈ ਉਹਦੇ ਵਿੱਚ ਫਲੂਇਡ ਨਾ ਜੰਮ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਗਰੀਸ। ਉਹ ਫਿਰ ਜੰਮਦਾ, ਫਿਰ ਗੋਡਾ ਅੜਨ ਲੱਗ ਜਾਂਦਾ, ਕਈ ਵਾਰੀ ਆਵਾਜ਼ ਆਉਂਦੀ ਟਕ ਟਕ ਦੀ, ਤੁਰੇ ਜਾਂਦੇ ਅੜ ਗਿਆ ਬੰਦਾ, ਬਹੁਤ ਔਖਾ। ਫਿਰ ਉਹ ਇਕੱਠਾ ਜਿਹਾ ਕਰ ਲੈਂਦਾ, 2-4 ਵਾਰੀ ਕਰਕੇ ਠੀਕ ਹੋ ਜਾਂਦਾ। ਫਿਰ ਉਹ ਕਿਉਂ ਠੀਕ ਹੁੰਦਾ? ਇਟ ਮੀਨਸ ਉਹਦੇ ਅੰਦਰ ਕੁਛ ਤੇ ਹੈ ਨਾ, ਬੈਲੈਂਸ। ਤੇ ਉਹਨੂੰ ਫਿਰ ਡਰਾਇਆ ਜਾਂਦਾ ਜਦੋਂ ਉਹ ਜਾਂਦਾ। ਆ ਪੁਆਇੰਟ ਤੁਸੀਂ ਬਹੁਤ ਸਹੀ ਕਿਹਾ। ਆਪਾਂ ਕਿਤੇ ਜਾਂਦੇ ਆ ਨਾ, ਅਸੀਂ ਵੈਸੇ ਐਲੋਪੈਥੀ ਦੀ ਅਸੀਂ ਬੁਰਾਈ ਨਹੀਂ ਕਰਦੇ, ਨਾ ਕਰਨੀ ਚਾਹੀਦੀ ਕਿਸੇ ਦੀ, ਲੇਕਿਨ ਉੱਥੇ ਸਭ ਤੋਂ ਪਹਿਲਾਂ ਉਹ ਡਰਾਉਂਦੇ ਨੇ
ਡਰਾਉਂਦੇ ਆ ਕਿ ਜੀ ਇਸ ਤਰ੍ਹਾਂ ਹੋ ਜਾਏਗਾ, ਉੱਤੇ ਬਾਅਦ ਤਾਂ ਤੁਹਾਤੋਂ ਕੁਝ ਵੀ ਨਹੀਂ ਹੋਣਾ, ਤੁਸੀਂ ਤਾਂ ਬਸ ਇਹ ਹੋ ਜਾਣਾ, ਬੈੱਡ ਰੀਡਨ ਹੋ ਜਾਣਾ, ਫਲਾਨਾ ਹੋ ਜਾਣਾ। ਉਹ ਡਰ ਦੇ ਨਾਲ ਆਦਮੀ ਕਹਿੰਦਾ ਦੱਸੋ ਜੀ ਕੀ ਕਰਨਾ ਹੈ, ਕਿਵੇਂ ਕਰੀਏ। ਸਾਹਿਬ ਐ ਵੀ ਕਹਿੰਦੇ ਨੇ ਜਦੋਂ ਮਾਲ ਸਾਹਿਬ ਭੰਗੜਾ ਪਾਉਂਦੇ ਨੇ ਸਕਰੀਨ ਤੇ ਦੇਖ ਕੇ ਤੁਹਾਡਾ ਵੀ ਤਾਂ ਜੀ ਕਰਦਾ ਭੰਗੜਾ ਪਾਈਏ, ਤਾਂ ਫਿਰ ਗੋਡੇ ਪਵਾ ਲਓ ਤਾਂ ਹੀ ਭੰਗੜਾ ਪਾਓ। ਬਸ ਆ ਵੀ ਗੱਲ ਹੈ ਨਾ। ਉਹ ਮਤਲਬ ਜਦੋਂ ਹੁਣ ਮੈਂ ਬੈਠਾ ਅੱਜ ਮੈਂ ਕਹਿੰਦਾ ਵੀ ਮਾਲ ਸਾਹਿਬ ਨੇ ਅੱਜ ਤੱਕ ਗੋਡਿਆਂ ਨੂੰ ਤੇਲ ਵੀ ਨਹੀਂ ਲਾਇਆ ਹੋਣਾ ਤਾਂ ਵੀ ਠੀਕ ਨੇ, ਕਿਉਂ ਖਾਣ ਪੀਣ ਠੀਕ ਆ, ਖੁਰਾਕ ਠੀਕ ਆ। ਤਾਂ ਇਸ ਕਰਕੇ ਉਹ ਜਿਹੜਾ ਡਰ ਹੈ ਲੋਕਾਂ ਦੇ ਵਿੱਚ ਉਹ ਪਾਇਆ ਜਾਂਦਾ ਹੈ। ਵੀ ਜਿਵੇਂ ਆਪਾਂ ਕਈ ਵਾਰੀ ਮੈਂ ਕਹਾਵਤ ਸੁਣਾਈ ਹੈ ਵੀ ਇੱਕ ਬੰਦਾ ਮਤਲਬ ਕਿ ਜਾ ਰਿਹਾ ਕਿਤੇ ਹੈ ਨਾ, ਤੇ ਉਹਨੂੰ ਰਾਹ 'ਚ ਕਿਹਾ ਜਾਂਦਾ ਵੀ ਕੀ ਗੱਲ ਤੂੰ ਲੰਗੜਾ ਜਾਂ ਤੁਰੀ ਜਾਂਦਾ, ਉਹ ਸਿੱਧਾ ਜਾਂਦਾ ਹੁੰਦਾ ਵਿਚਾਰਾ। ਉਹ ਇੱਕ ਹੋਰ ਅੱਗੇ ਖੜਾ ਉਹ ਵੀ ਕਹਿੰਦਾ ਕੀ ਗੱਲ ਲੰਘ ਜੀ ਮਾਰਦਾ, ਉਹ ਵਿਚਾਰੇ ਨੂੰ ਫਿਕਰ ਪੈ ਜਾਂਦਾ ਮੈਂ ਠੀਕ ਆ ਯਾਰ, ਜਦੋਂ 3-4 ਜਣੇ ਕਹਿ ਦਿੰਦੇ ਨੇ ਫਿਰ ਉਹ ਡਾਕਟਰ ਕੋਲ ਪਹੁੰਚ ਜਾਂਦਾ ਵੀ ਕੀ ਹੋ ਗਿਆ ਜੀ ਮੈਨੂੰ, ਡਾਕਟਰ ਕਹਿੰਦਾ ਗੋਡਾ ਬਦਲ ਲੈ। ਮਤਲਬ ਗੱਲ ਕੁਛ ਨਹੀਂ ਹੈਗੀ, ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜੇ ਲੋਕ ਇਹਨੂੰ ਸਮਝ ਜਾਣ। ਹੁਣ ਦੇਖੋ ਇੱਕ ਜੈਲ ਹੈ ਜੀ ਸਾਡਾ, ਮੈਂ ਤੁਹਾਨੂੰ ਕਾਲੇ ਗੂੰਦ ਦੀ ਗੱਲ ਕੀਤੀ, ਇਹ ਕਾਲਾ ਗੂੰਦ ਕੈਪਸੂਲ ਹੈ, ਇਹਨਾਂ ਦੇ ਨਾਮ ਅਸੀਂ ਸਿੱਧੇ ਰੱਖਦੇ ਹਾਂ ਤਾਂ ਕਿ ਸਿੱਧਾ ਸਮਝ ਆਵੇ। ਸਾਡੇ ਬਾਬਾ ਜੀ ਨੇ ਵੀ ਕਿਹਾ, ਨਾਨਕ ਜੀ ਨੇ ਵੀ ਜਿਸ ਬੰਦੇ ਨਾਲ ਗੱਲ ਕਰੋ ਉਹਦੀ ਭਾਸ਼ਾ 'ਚ ਕਰੋ ਵੀ ਉਹਨੂੰ ਸਮਝ ਤਾਂ ਆ ਜਾਏ, ਹੈ ਨਾ। ਜੇ ਉਹਨੂੰ ਸਮਝ ਹੀ ਨਾ ਆਈ ਗੱਲ ਫਿਰ ਸਮਝਾਈ ਦਾ ਕੀ ਫਾਇਦਾ। ਤਾਂ ਕਾਲਾ ਗੂੰਦ ਮਤਲਬ ਕਾਲਾ ਗੂੰਦ। ਅੱਛਾ, ਜਿਹਦੇ ਉੱਤੇ ਵੈਦਵਾਨ ਲਿਖਿਆ ਗਿਆ ਮਤਲਬ ਅਸਲੀ ਆ, ਉਸ ਤੋਂ ਬਾਅਦ ਜਿਹੜਾ ਮਰਜ਼ੀ ਦੇਈ ਜਾਵੇ ਸਾਨੂੰ ਨਹੀਂ ਪਤਾ। ਤੇ ਇਹ GMP ਸਰਟੀਫਾਈਡ ਗਵਰਨਮੈਂਟ ਤੋਂ ਅਪਰੂਵਡ, ਔਰ ਇਹਦੇ ਕਈ ਜਗ੍ਹਾ ਮਤਲਬ ਕਿ ਸਾਨੂੰ ਟੈਸਟ ਦੇਣੇ ਪਏ ਕਿ ਆਹ ਬੰਦੇ ਸਾਡੇ ਠੀਕ ਆ ਜੀ, ਇੰਨੇ ਠੀਕ ਆ। ਹਾਂ, ਇਹ ਹੁੰਦਾ ਕਿ 100 ਦੇ ਵਿੱਚੋਂ 70 ਠੀਕ ਹੁੰਦੇ ਆ, 30 ਨਹੀਂ ਵੀ ਹੁੰਦੇ ਜਿਹੜੇ ਪਰਹੇਜ਼ ਭਰੂਜ ਨਹੀਂ ਕਰਦੇ, ਲੇਕਿਨ 70 ਜਿਹੜੇ ਸਾਡੇ ਠੀਕ ਆ। ਮੈਂ ਇੱਕ ਗੱਲ ਕਹਿਣਾ ਹੁੰਦਾ ਮਾਲ ਸਾਹਿਬ, ਮੇਰਾ ਨਾ 2nd ਫਲੋਰ ਤੇ ਹੈ ਆਫਿਸ, ਵੀ ਜਿਹੜਾ ਪੌੜੀ ਚੜਿਆ ਆ ਉੱਪਰ ਉਹਨੂੰ ਤਾਂ ਨਹੀਂ ਗੋਡੇ ਬਦਲਾਉਣ ਦਿੰਦਾ ਮੈਂ। ਕੀ ਬਾਤ ਹੈ। ਇੱਕ ਨਾ ਮੈਡਮ ਤੁਹਾਨੂੰ ਮੈਂ ਦੱਸਦਾ, ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਕਹਿੰਦੇ ਗਰੀਸ ਖਤਮ ਹੋ ਗਈ, ਆਕੜ ਕੇ ਗੋਡੇ ਚੱਲਦੇ ਨਹੀਂ ਪਏ। ਜਿਵੇਂ ਰਾਤ ਨੂੰ ਅਸੀਂ ਕਹਿੰਦੇ ਆ ਵੀ ਇੱਕ ਸਾਡੀ ਨਾ ਜੈਲ ਹੈ, ਇਹਨੂੰ ਅਸੀਂ ਕਾਲਾ ਗੂੰਦ ਜੈਲ ਬਣਾਇਆ, ਕਾਲੇ ਗੂੰਦ ਤੋਂ ਹੀ ਬਣੀ ਹੈ। ਤੁਸੀਂ ਇਹਨੂੰ ਜਦੋਂ ਦੇਖੋਗੇ ਮਤਲਬ ਇਹਨੂੰ ਲਾਉਣ ਦਾ ਬਹੁਤ ਵਧੀਆ ਤਰੀਕਾ ਹੈ। ਕਿਵੇਂ ਲਾਉਂਦੇ? ਹਾਂ, ਮੈਂ ਤੁਹਾਨੂੰ ਦੱਸਦਾ। ਇਹਨੂੰ ਨਾ ਇੱਦਾਂ ਲੈਣਾ, ਜਿਵੇਂ ਇਹਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਆਪਾਂ ਚਮਚ ਦੀ ਡੰਡੀ ਦੇ ਪਿੱਛੇ ਮਟਰ ਦੇ ਦਾਣੇ ਜਿੰਨੀ ਲੈ ਲਓ, ਕਣਕ ਦੇ ਦਾਣੇ, ਮੱਕੀ ਦੇ ਦਾਣੇ ਜਿੰਨੀ ਕੁ ਨੀਡ ਹੈ, ਉਹਨੂੰ ਲੈ ਕੇ ਤੁਸੀਂ ਦੇਖੋ ਇਹਨੂੰ ਪ੍ਰੋਡਕਟ ਦੇ ਵਿੱਚੋਂ ਸਮੈਲ ਲੈ ਕੇ ਦੇਖਿਓ ਕਿੰਨਾ ਗਜ਼ਬ ਹੈ। ਉਹਨੂੰ ਨਾ ਜੀ ਜਦੋਂ ਅਸੀਂ ਗੋਡੇ ਤੇ ਲਾਉਣਾ ਐ, ਇਹਦੀ ਸਮੈਲ ਹੀ ਦਿਮਾਗ ਖੋਲ ਦਿੰਦੀ ਹੈ ਬ੍ਰੇਨ ਦੀਆਂ ਨਸਾਂ ਨੂੰ। ਤੇ ਇਹਨੂੰ ਨਾ ਜਦੋਂ ਅਸੀਂ ਇੱਦਾਂ ਕਰਕੇ ਲਾਉਂਦੇ ਹਾਂ ਹਲਕਾ ਜਿਹਾ, ਤਾਂ ਗੋਡੇ ਨੂੰ ਨਾ ਐਂ ਲੱਗਦਾ ਹੁੰਦਾ ਹੈ, ਮਤਲਬ ਮਸਾਜ ਨਹੀਂ ਕਰਨੀ ਹੁੰਦੀ ਵੀ ਇਹ ਕਿਵੇਂ, ਮਤਲਬ ਸਵੇਰੇ ਜਦੋਂ ਇਨਸਾਨ ਉੱਠਦਾ ਤਾਂ ਉਹਨੂੰ ਉੱਠ ਕੇ ਜਿਹੜੇ ਪਿਛਲੇ 8-10 ਸਾਲ ਤੋਂ ਫੀਲਿੰਗ ਸੀ ਗੋਡੇ ਦੀ ਰੋਜ਼ ਦੀ, ਉਸ ਦਿਨ ਉਹਨੂੰ ਲੱਗਦਾ ਵੀ ਗੋਡਾ ਬਹੁਤ ਲਾਈਟ ਹੋ ਗਿਆ, ਕਿਉਂਕਿ ਅੰਦਰੋਂ ਬਰੀਕ ਨਸਾਂ ਨੂੰ ਇਹ ਖੋਲ ਦਿੰਦਾ। ਇਹ ਜੇ ਮਸਲ ਪੇਨ ਹੋਵੇ ਉਹਦੇ ਲਈ ਵੀ ਠੀਕ ਹੈ। ਜਿਵੇਂ ਲੈਗਸ ਦੇ ਥੱਲੇ ਆਇਆ ਹੁੰਦਾ ਨਾ, ਪਿੱਛੇ ਪਿੰਜਣੀਆਂ ਤੇ ਪੈਰਾਂ ਦੇ ਤਲਿਆਂ 'ਚ ਹੁੰਦੀ ਆ, ਉੱਥੇ ਬਹੁਤ ਬੈਸਟ ਕੰਮ ਕਰਦਾ। ਇਹ ਤੇ ਗੱਲ ਰਿਗਾਰਡਿੰਗ ਇਹ ਹੋ ਗਈ ਹੈ, ਲੇਕਿਨ ਅੱਜ ਕੱਲ ਹਰ ਤੀਸਰੇ ਆਦਮੀ ਨੂੰ ਕਹਿੰਦੇ ਜੀ ਸਾਡੀ ਸ਼ੂਗਰ ਵੱਧ ਗਈ ਹੈ, ਹੋ ਗਿਆ। ਡਾਇਬਟੀਜ਼ ਦੇ ਬਾਰੇ ਵੀ ਕੁਝ ਹੈ ਤੁਹਾਡੇ ਕੋਲ, ਇਸ ਚੀਜ਼ ਦੇ ਬਾਰੇ ਕੁਝ ਖਾਸ? ਇਹ ਵੀ ਤੁਹਾਡਾ ਟੌਪਿਕ ਠੀਕ ਹੈ। ਸ਼ੂਗਰ ਜਿਹੜਾ ਹੈਗਾ ਨਾ ਜੀ, ਡਾਇਬਟੀਜ਼ ਰੋਗ ਜਿਹੜਾ ਹੈਗਾ, ਇਹ ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਪਹਿਲਾਂ ਤਾਂ ਇਹਨੂੰ ਟੈਸਟ ਕਰਨ ਦੀ ਆਦਤ ਪਾਓ ਘਰ ਦੇ ਵਿੱਚ। ਅੱਛਾ, ਘੱਟ ਹੈ ਲੋਕਾਂ ਨੂੰ, ਡਰਦੇ ਰਹਿੰਦੇ ਆ। ਇਹਦੀ ਕੀ ਆਦਤ ਹੈ ਜੀ, ਜਿਵੇਂ ਹੁਣ ਮੰਨ ਲਓ ਸ਼ੂਗਰ ਹੈ ਕੀ ਹੈ, ਇੱਕ ਬੈਲੈਂਸ ਹੈ ਬਾਡੀ ਦੇ ਵਿੱਚ। ਜਿਵੇਂ ਤੱਕੜੀ ਦੇ ਇੱਧਰ ਬੱਟੇ ਰੱਖ ਦਿਓ, ਇੱਧਰ ਸਮਾਨ ਰੱਖ ਦਿਓ, ਉਸੇ ਤਰ੍ਹਾਂ ਹੀ ਹੈ। ਜਿੰਨਾ ਤੁਸੀਂ ਫਾਲਤੂ ਖਾ ਲੋਗੇ ਉਨੀ ਕੁ ਸ਼ੂਗਰ ਵਧੇਗੀ, ਹੈ ਨਾ। ਜਿੰਨਾ ਤੁਸੀਂ ਲਿਮਟਡ ਡਾਈਟ ਲਓਗੇ ਉਨੀ ਸ਼ੂਗਰ ਆਪਣੇ ਆਪ ਘਟੂਗੀ। ਇਹਦੇ ਵਿੱਚ ਦਵਾਈਆਂ ਦੀ ਬਹੁਤੀ ਲੋੜ ਨਹੀਂ ਪੈਂਦੀ। ਤੁਹਾਡੇ ਕਹਿਣ ਦਾ ਮਤਲਬ ਖਾਣ ਪਾਣ ਦੇ ਵਿੱਚ ਵੀ ਸਾਨੂੰ ਧਿਆਨ ਰੱਖਣਾ ਪਏਗਾ, ਰੱਖਣਾ ਚਾਹੀਦਾ ਹੈ। ਮਾਲ ਸਾਹਿਬ, ਕੱਲੀ ਮੇਥੀ ਦਾਣਾ, ਅੱਛਾ, ਹਜ਼ਾਰਾਂ ਲੋਕਾਂ ਨੂੰ ਦੱਸਿਆ ਮੈਂ, ਹਜ਼ਾਰਾਂ ਕੀ ਲੱਖਾਂ ਲੋਕੀ ਅਜਮਾ ਰਹੇ ਨੇ ਇਹਨੂੰ। ਮੇਥੀ ਦਾਣੇ ਦੀਆਂ 2 ਚੁਟਕੀਆਂ, 1 ਚੁਟਕੀ ਉਹਦੇ ਵਿੱਚ ਕਲੌਂਜੀ ਦੀ, ਅੱਛਾ, ਹੈ ਨਾ। ਪੁਰਸ਼ਾਂ ਵਾਸਤੇ ਅਸੀਂ ਕਹਿੰਦੇ ਹੁੰਦੇ ਵਿੱਚ 1 ਚਮਚਾ ਕਾਲੇ ਛੋਲੇ ਵੀ ਪਾ ਲਓ, ਤੇ ਉਹਨੂੰ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰੇ ਉਹਨੂੰ ਚੱਬ ਕੇ ਖਾਣਾ, ਤੇ ਉਹ ਪਾਣੀ ਸਿਪ ਕਰਕੇ ਪੀਣਾ ਖਾਲੀ ਪੇਟ। ਇੱਕ ਵਾਰ ਫੇਰ ਦੱਸਿਓ। ਮੇਥੀ ਬਰੀਕ, ਹਾਂਜੀ, ਗਰਮੀਆਂ ਦੇ ਵਿੱਚ, ਹਾਂਜੀ, ਸਿਆਲਾਂ 'ਚ ਮੇਥੇ ਮੋਟੇ। ਇਹ ਹੁਣ ਤੁਸੀਂ ਦੇਖ ਲਓ ਕਿਹੜੇ ਮੌਸਮ 'ਚ ਸਿਆਲਾਂ ਦਾ ਫਰਕ ਹੈ। ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਸਭ ਪਤਾ, ਉਹਨੇ ਛੋਟੀ ਕਿਉਂ ਬਣਾਈ ਤੇ ਵੱਡੀ ਕਿਉਂ ਬਣਾਈ। ਮੇਥੀ 2 ਤਰ੍ਹਾਂ ਦੀ, ਮੇਥੀ ਤੇ ਮੇਥੇ। ਬਰੀਕ ਜਿਹੜੇ ਮੇਥੇ ਆ ਉਹ ਗਰਮੀਆਂ 'ਚ, ਤੇ ਜਿਹੜੇ ਮੋਟੇ ਮੇਥੇ ਆ ਉਹਨੂੰ ਸਰਦੀ ਦੇ ਵਿੱਚ ਲੈਣਾ। ਤੇ ਇਹਦਾ ਕੀ ਹੈ ਕਿ ਜਿਵੇਂ ਹੁਣ ਮੰਨ ਲਓ ਅਸੀਂ 2 ਚੁਟਕੀਆਂ ਸਿਰਫ, ਮਤਲਬ ਚਮਚ ਦਾ 1/4 ਹਿੱਸਾ ਲੈ ਲਓ, ਤੇ ਉਹ ਪਾਣਾ, ਤੇ ਉਦੋਂ ਬਾਅਦ ਥੋੜੀ ਜਿਹੀ ਕਲੌਂਜੀ,
ਅੱਛਾ। ਔਰ ਉਹਦੇ ਵਿੱਚ 1 ਚਮਚਾ ਜਾਨੀ 20-30 ਦਾਣੇ ਜਿਹੜੇ ਨੇ ਕਾਲੇ ਛੋਲਿਆਂ ਦੇ ਪਾ ਲਓ, ਰਾਤ ਨੂੰ ਪਾਣੀ 'ਚ ਭਿਓ ਕੇ ਰੱਖ ਦਿਓ, ਸਵੇਰੇ ਚੱਬ ਕੇ ਖਾਣੇ ਆ। ਅੱਛਾ ਸਰ ਜੀ ਸ਼ੂਗਰ ਤਾਂ ਕੰਟਰੋਲ ਹੋਊਗੀ। ਹਾਂਜੀ। ਤੁਹਾਡੀ ਰੀੜ੍ਹ ਦੀ ਹੱਡੀ ਦੇ ਮਣਕੇ ਹਿੱਲੇ ਨੇ, ਡਿਸਕ ਦੀ ਪ੍ਰੋਬਲਮ ਆ ਰਹੀ ਹੈ, ਉਹਦੇ 'ਚ ਫਾਇਦਾ ਕਰਦੀ ਹੈ। ਤੁਹਾਡੇ ਮਸਲਸ ਵੀਕ ਨੇ, ਉਹ 'ਚ ਫਾਇਦਾ ਕਰਦੀ ਹੈ। ਹਾਂਜੀ ਗੋਲ ਸਾਹਿਬ, ਇਹ ਲੇਡੀਜ਼ ਲਈ ਵੀ ਹੈ? ਠੀਕ ਹੈ, ਬਹੁਤ ਵਧੀਆ। ਲੇਡੀਜ਼ ਵਾਸਤੇ ਸਿਰਫ ਛੋਲੇ ਅਸੀਂ ਕਹਿੰਦੇ ਨੇ ਨਾ ਪਾਓ, ਉਹ ਕਿਉਂਕਿ ਛੋਲੇ ਜਿਹੜੇ ਆ ਉਹ ਘੋੜਿਆਂ ਦਾ ਖਾਣਾ, ਉਹ ਮਰਦਾਂ ਲਈ ਬਹੁਤ ਫਾਇਦੇਮੰਦ ਹੈ ਤੇ ਲੇਡੀਜ਼ ਲਈ ਉਹ ਥੋੜੀ ਜਿਹੀ ਗਰਮੀ ਕਰ ਜਾਂਦੇ ਆ। ਲੇਕਿਨ ਜੇ ਮੇਥੀ ਦਾਣਾ ਤੇ ਕਲੌਂਜੀ ਲੈਂਦੇ ਰਹਿੰਦੇ ਆ ਲੇਡੀਜ਼, ਤਾਂ ਤੁਸੀਂ ਐਂ ਦੇਖ ਲਓ ਮੈਡਮ, ਸਕਿਨ ਦੀ ਪ੍ਰੋਬਲਮ ਨਹੀਂ ਹੁੰਦੀ। ਇਹ ਭੇ ਕੇ ਸਵੇਰ ਪਾਣੀ ਪੀ ਲੈਣਾ, ਹਾਂ ਸਵੇਰੇ ਚਬਾ ਲੈਣਾ। ਹੁਣ ਜਿਹੜੇ ਬਜ਼ੁਰਗ ਲੋਕ ਆ ਮੈਨੂੰ ਪੁੱਛਦੇ ਰਹਿੰਦੇ, ਗੁਲ ਸਾਹਿਬ ਸਾਡੇ ਦੰਦ ਨਹੀਂ ਕੰਮ ਕਰਦੇ, ਕਿੱਦਾਂ ਚੱਬਾਂਗੇ? ਉਹਨਾਂ ਨੂੰ ਕਹਿੰਦੇ ਵੀ ਪਾਊਡਰ ਬਣਾ ਲਓ, ਉਹ ਫਿਰ ਰਾਤ ਨੂੰ ਨਹੀਂ ਭਿਉਣਾ, ਉਹ ਸਵੇਰੇ ਅੱਧਾ ਘੰਟਾ ਭਿਓ ਕੇ ਰੱਖ ਦਿਓ ਤੇ ਪਾਣੀ 'ਚ ਫਿਰ ਘੋਲ ਕੇ ਉਹਨੂੰ ਸਿਪ ਕਰਕੇ ਪੀ ਲਓ। ਉਹ ਬਜ਼ੁਰਗਾਂ ਵਾਸਤੇ ਆ ਜਿਨ੍ਹਾਂ ਦੇ ਦੰਦ ਕੰਮ ਕਰਦੇ ਆ, ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਚਬਾ ਕੇ ਲਓ। ਕਿਉਂ? ਕਿਉਂਕਿ ਜਦੋਂ ਤੁਸੀਂ ਚਬਾਉਂਦੇ ਹੋ ਤਾਂ ਤੁਹਾਡੇ ਮੂੰਹ ਦਾ ਜਿਹੜਾ ਸਲਾਈਵਾ ਉਹ ਵੀ ਬਾਡੀ ਦੇ ਵਿੱਚ ਜਾਂਦਾ, ਤਾਂ ਉਹਦਾ ਜਿਹੜਾ ਇਫੈਕਟ ਆ ਉਹ ਤੁਹਾਡੀ ਧਰਨ ਸੈੱਟ ਕਰਦਾ। ਹੁਣ ਲੋਕੀ ਕੀ ਕਹਿੰਦੇ, ਗੁਲ ਸਾਹਿਬ ਧਰਨ ਕੀ ਹੁੰਦੇ ਆ? ਮੈਂ ਧਰਨ ਉਹੀ ਹੁੰਦੇ ਆ ਜਿਹੜੇ ਚੰਗੇ ਕਹਿੰਦੇ ਤੇਰੀ ਧਰਨ ਸੈੱਟ ਕਰਨ ਵਾਲੀ ਹੈ। ਇਹ ਫਿਰ ਉਹ ਧਰਨ ਸੈੱਟ ਕਰਨਾ। ਡਾਇਬੀਟੀਜ਼ ਦੀ ਪ੍ਰੋਬਲਮ ਹੈ ਛੋਟੇ ਬੱਚਿਆਂ 'ਚ ਅੱਜਕੱਲ ਸ਼ੁਰੂ ਹੋ ਗਈ ਹੈ, ਉਹਦਾ ਕੀ ਰੀਜ਼ਨ ਹੈ? ਛੋਟੇ ਬੱਚਿਆਂ 'ਚ ਨਾ ਜੀ ਐਕਚੁਅਲੀ ਪੇਰੈਂਟਸ ਦੇ ਉੱਤੇ ਸਾਰਾ ਕੁਝ ਹੈਗਾ, ਖਾਣ ਪਾਣ, ਡਾਈਟ। ਹੁਣ ਦੇਖੋ ਮੇਰੀ ਉਮਰ ਦੇ ਵਿੱਚ ਅਸੀਂ ਲਾ ਲਓ ਕਿ ਮੈਂ 32-33 ਸਾਲ ਦਾ ਹੋਊਗਾ ਜਦੋਂ ਮੈਂ ਪਹਿਲੀ ਵਾਰ ਚਾਕਲੇਟ ਖਾਧੀ ਹੈ ਜ਼ਿੰਦਗੀ 'ਚ, ਹੈ ਜੀ। ਹੁਣ ਅੱਜ ਦੇ ਬੱਚੇ ਜੰਮਦੇ ਹੀ ਮੂੰਹ ਚਾਕਲੇਟ ਨਾਲ ਲਿਬੜਿਆ ਹੁੰਦਾ, ਆਈਸਕ੍ਰੀਮ ਨਾਲ ਲਿਬੜਿਆ ਹੁੰਦਾ, ਮੋਬਾਈਲ ਉਹ ਬੱਚੇ ਦੇ ਹੱਥ 'ਚ ਹੁੰਦਾ, ਇੱਕ ਸਰਾਣੇ ਪਿਆ ਹੁੰਦਾ। ਹੁਣ ਤੁਸੀਂ ਦੇਖੋ ਨਾ ਜੀ, ਸਰਾਣੇ ਬੱਚੇ ਦੇ ਮੋਬਾਈਲ, ਉਹਦੇ ਕੋਮਲ ਬ੍ਰੇਨ ਦੇ ਟਿਸ਼ੂਜ਼ ਦੇ ਨਾਲ ਮੋਬਾਈਲ ਪਿਆ, ਉਹ ਕਿੱਡੀਆਂ ਰੇਜ਼ਸ ਨੇ, ਬੱਚੇ ਨੂੰ ਨੁਕਸਾਨ ਕਰਦੀਆਂ ਨੇ। ਹੁਣ ਕਈ ਇੱਥੇ ਜੇਬ 'ਚ ਇੱਥੇ ਰੱਖਦੇ ਆ ਮੋਬਾਈਲ। ਅੱਜ ਮੈਂ ਹੱਥ ਜੋੜ ਕੇ ਕਹਿੰਦਾ, ਜਿਹੜੇ ਦਰਸ਼ਕ ਪੁਰਾਣੇ ਮੇਰਾ ਪ੍ਰੋਗਰਾਮ ਮੇਰੇ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਤਾਂ ਮੈਂ ਟੋਕ ਹੀ ਦਿੰਦਾ ਵੀ ਆਹ ਜੇਬ ਕਟਾ ਦੇ ਆਪਦੀ ਉੱਪਰਲੀ, ਜਦ ਤੱਕ ਤੂੰ ਮੋਬਾਈਲ ਨਹੀਂ ਇਹਦੇ 'ਚ ਰੱਖੇਗਾ ਤੈਨੂੰ ਕਦੇ ਵੀ ਹਾਰਟ ਦੀ ਪ੍ਰੋਬਲਮ ਆ ਸਕਦੀ ਹੈ। ਤਾਂ ਇਸ ਕਰਕੇ ਇੱਕ ਤੁਸੀਂ ਕਾਰ ਚਲਾਉਂਦੇ ਹੋਏ ਇੱਥੇ ਮੋਬਾਈਲ ਰੱਖਦੇ ਹੋ ਸੈਂਟਰ ਦੇ ਵਿੱਚ, ਇਹਦੇ ਨਾਲ ਤੁਹਾਡੀ ਪ੍ਰੋਸਟੇਟ ਗ੍ਰੰਥੀ ਨੂੰ ਪ੍ਰੋਬਲਮ ਆਉਂਦੀ ਹੈ। ਤਾਂ ਇਹ ਚੀਜ਼ ਨੂੰ ਦੂਰ ਰੱਖੋ ਆਪਦੇ ਤੋਂ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਉਹ ਮੋਬਾਈਲ ਬਾਰੇ ਅੱਜ ਮੈਸੇਜ ਜਿਹੜਾ ਮੈਂ ਦੇਣਾ ਸੀ ਉਹ ਜ਼ਰੂਰੀ ਸੀਗਾ। ਮਾਲ ਸਾਹਿਬ ਤੁਸੀਂ ਬੈਠੋ, ਸ਼ਾਇਦ ਮੈਂ ਬਹੁਤ ਅੱਛਾ ਮੈਸੇਜ ਇੱਥੇ ਮੋਬਾਈਲ ਨਾਲ ਰੱਖੋ। ਜਿਹੜੀ ਤੁਸੀਂ ਹਵਾ 'ਚ ਵੀ ਸਾਹ ਲੈਂਦੇ ਹੋ, ਉਹ 'ਚ ਵੀ ਕਰੰਟ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਤੁਹਾਡੇ ਤੋਂ ਵੱਡਾ ਮਤਲਬ ਸਾਇੰਟਿਸਟ ਨਹੀਂ ਹੋ ਸਕਦਾ ਕੋਈ, ਐਡੀ ਵੱਡੀ ਤੁਸੀਂ ਗੱਲ ਕਹੀ ਆ। ਨਹੀਂ ਸਹੀ ਗੱਲ। ਹਾਂ, ਕਿਉਂਕਿ ਕਈ ਵਾਰੀ ਪਤਾ ਕੀ ਹੁੰਦਾ, ਮੈਨੂੰ ਵੀ ਲੱਗਦਾ ਹੁੰਦਾ ਵੀ ਮੈਂ ਸੂਰਜ ਅੱਗੇ ਦੀਪਕ ਜਲਾ ਕੇ ਬੈਠਾ ਹੋਇਆ। ਨਹੀਂ ਤੁਸੀਂ ਇਹਨਾਂ ਬਾਰੇ ਬਿਲਕੁਲ ਸਹੀ ਕਿਹਾ। ਲੇਕਿਨ ਇੱਕ ਗੱਲ ਹੋਰ ਹੈ, ਕਹਿੰਦੇ ਆ ਵੀ ਰਾਤ ਨੂੰ ਵੀ ਖਾਸ ਕਰਕੇ ਜਿੰਨਾ ਜਿਹੜਾ ਮੋਬਾਈਲ ਹੈ ਦੂਰ ਹੀ ਰੱਖ, ਰਾਤ ਨੂੰ ਤਾਂ ਕਮ ਸੇ ਕਮ ਦੂਰ ਰੱਖ ਕੇ ਤੁਸੀਂ ਸੌਂ, ਸਵਿਚ ਆਫ ਕਰਕੇ ਰੱਖ ਦਿਓ, ਕੁਝ ਨਹੀਂ ਹੁੰਦਾ। ਤੇ ਗੱਲ ਸੀਗੀ ਡਾਇਬੀਟੀਜ਼ ਦੇ ਉੱਤੇ, ਮੈਂ ਤੁਹਾਨੂੰ ਦੱਸਦਾ ਮਾਲ ਸਾਹਿਬ, ਇੱਕ ਨਾ ਰੋਲ ਕੀ ਆ ਡਾਇਬੀਟੀਜ਼ ਦਾ, ਅਸਲ ਰੋਲ ਕੀ ਆ। ਸਾਡੇ ਬਾਡੀ ਦੇ ਵਿੱਚ ਪੈਨਕ੍ਰੀਆਸ ਇੱਕ ਗ੍ਰੰਥੀ ਆ, ਜਿਵੇਂ ਲੀਵਰ ਹੁੰਦਾ, ਹਾਰਟ ਹੁੰਦਾ, ਬ੍ਰੇਨ ਹੁੰਦਾ, ਉਸ ਤਰ੍ਹਾਂ ਹੀ ਸਾਡੀ ਬਾਡੀ 'ਚ ਇੱਕ ਪੈਨਕ੍ਰੀਆਸ ਜਿਹੜਾ ਹੈਗਾ, ਉਹਦੇ ਬੀਟਾ ਸੈਲਸ ਨੇ। ਬੀਟਾ ਸੈਲਸ ਜਿੰਨੀ ਦੇਰ ਪ੍ਰੋਪਰ ਵਰਕ ਕਰ ਰਹੇ ਆ ਤਾਂ ਤੁਸੀਂ ਜੋ ਮਰਜ਼ੀ ਖਾਈ ਜਾਓ। ਲੋਕੀ ਕਹਿੰਦੇ ਮਿੱਠਾ ਨਹੀਂ ਖਾਂਦਾ ਜੀ, ਮੈਨੂੰ ਕਿਉਂ ਹੋ ਗਈ? ਇਹ ਮਿੱਠਾ ਖਾਣ ਨਾਲ ਨਹੀਂ ਹੁੰਦੀ, ਜਦੋਂ ਹੁੰਦੀ ਹੈ ਤਾਂ ਮਿੱਠਾ ਬੰਦ ਕਰਨਾ ਪੈ ਸਕਦਾ। ਉਹ ਵੀ ਉਹ ਮਿੱਠਾ ਜਿਹੜਾ ਨੁਕਸਾਨ ਕਰਦਾ। ਜਿਵੇਂ ਹੁਣ ਗੁੜ ਹੈ, ਵਧੀਆ, ਗੰਨੇ ਦਾ ਰਸ ਵਧੀਆ, ਲੋਕਾਂ ਨੂੰ ਮੈਂ ਕਹਿੰਦਾ ਫਰੂਟ ਖਾਇਆ ਕਰੋ, ਅੰਜੀਰ ਖਾਇਆ ਕਰੋ, ਕੋਈ ਪ੍ਰੋਬਲਮ ਨਹੀਂ, ਮਿੱਠੇ ਦੀ ਪੂਰਤੀ ਬਾਡੀ 'ਚ ਹੋਣੀ ਚਾਹੀਦੀ ਆ। ਪਰ ਬੀਟਾ ਸੈੱਲ ਨੂੰ ਤਾਕਤ ਦੇਣ ਵਾਸਤੇ ਇੱਕ ਬੀਟਾ ਸੈੱਲ ਐਕਸ਼ਨ ਦੇ ਨਾਮ ਤੇ ਸਾਡੇ ਵੈਦ ਜੀ ਨੇ ਕੈਪਸੂਲ ਬਣਾਇਆ। ਅੱਜ ਇਹ ਗੱਲ ਮੈਂ ਤੁਹਾਨੂੰ ਚੈਨਲ ਦੇ ਮਾਧਿਅਮ ਤੋਂ ਦੱਸਣ ਜਾ ਰਿਹਾ। ਜਿੰਨੇ ਵੀ ਸਾਡੇ ਵੈਦ ਭਰਾ ਨੇ ਉਹ ਤੇ ਸਮਝਦੇ ਹੀ ਨੇ, ਪਰ ਜਿਹੜੇ ਆਮ ਲੋਕ ਨੇ, ਜਿਹੜੀ ਇੱਕ ਲੀਡ ਕਲਾਸ ਹੈ, ਉਹ ਵੀ ਸਮਝਦੀ ਹੈ ਇਸ ਗੱਲ ਨੂੰ, ਪਰ ਜਿਹੜੇ ਸਾਡੇ ਲੋਕ ਹਲੇ ਅਵੇਅਰ ਨਹੀਂ ਹੈਗੇ, ਉਹਨਾਂ ਲਈ ਮੈਂ ਦੱਸਣਾ ਚਾਹੂੰਗਾ ਕਿ ਇਹ ਬਸੰਤ ਕੁਸਮਾਕਰ ਰਸ, ਨੋਟ ਕਰ ਲਿਓ ਇਹਨੂੰ, ਵੀਡੀਓ ਨੂੰ ਦੁਬਾਰਾ ਵਾਪਸ ਲਿਜਾ ਕੇ, ਬਸੰਤ ਕੁਸਮਾਕਰ ਰਸ, ਇਹ ਜਿਹੜਾ ਰਸ ਹੈ ਇਹ 골ਡ ਪ੍ਰੈਪਰੇਸ਼ਨ 'ਚ ਹੈ, ਚ ਸੋਨੇ ਦੀ ਭਸਮ ਪੈਂਦੀ ਹੈ ਬਸੰਤ ਕੁਸਮਾਕਰ ਰਸ 'ਚ। ਤਾਂ ਜੇ ਤੁਸੀਂ ਇਹਨੂੰ ਅਫੋਰਡ ਕਰ ਸਕਦੇ ਹੋ, ਡਾਇਬੀਟਿਕ ਹੋ, ਤਾਂ ਤੁਸੀਂ ਇਹਨੂੰ ਅਗਰ ਡੇਲੀ ਲੈਂਦੇ ਹੋ ਤਾਂ ਤੁਹਾਨੂੰ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਤੁਹਾਡੇ ਤੇ ਅਟੈਕ ਨਹੀਂ ਕਰ ਸਕਦੀ। ਜਿਵੇਂ ਸ਼ੂਗਰ ਦੇ ਮਰੀਜ਼, ਸ਼ੂਗਰ ਕੋਈ ਆਪ ਬਿਮਾਰੀ ਹੈ ਹੀ ਨਹੀਂ, ਬਿਮਾਰੀਆਂ ਦੀ ਪੋਟਲੀ ਹੈ। ਕਿਸੇ ਦੀਆਂ ਅੱਖਾਂ ਦੀ ਨਜ਼ਰ ਘਟ ਗਈ, ਕਿਸੇ ਦਾ ਗੁਰਦਾ ਖਰਾਬ ਹੋ ਗਿਆ, ਕਿਸੇ ਦਾ ਬ੍ਰੇਨ ਵੀਕ ਹੋ ਗਿਆ, ਮਸਲ ਵੀਕ ਹੋ ਗਏ, ਔਰ ਉਹਦੇ ਜਿਵੇਂ ਕੰਨਾਂ ਦੀ ਆਵਾਜ਼ ਖਤਮ ਹੋ ਗਈ, ਔਰ ਉਹਦੀ ਸਕਿਨ ਜਮਾਂ ਹੀ ਬੁੜਿਆਂ ਵਰਗੀ ਹੋ ਗਈ। ਤੇ ਮਤਲਬ ਉਹ ਚੀਜ਼ ਜਿਹੜੀ ਹੈ ਸ਼ੂਗਰ ਕਰਕੇ ਹੁੰਦੀ ਆ। ਲੋਕਾਂ ਨੂੰ ਵਹਿਮ ਹੈ ਕਿ ਸਾਨੂੰ ਸ਼ੂਗਰ ਕਰਕੇ ਹੋ ਰਹੀ ਆ। ਨਾ,
ਇਹ ਮੋਟੀਆਂ ਗੋਲੀਆਂ ਜਿਹੜੀਆਂ ਅਸੀਂ ਸਵੇਰੇ ਫੱਕਾ ਮਾਰਦੇ ਆ, ਇਹ ਉਹਨਾਂ ਕਰਕੇ ਹੁੰਦੀ ਆ। ਜੇ ਕਿਤੇ ਮੇਥੀ ਕਲੌਂਜੀ ਗੋਇਲ ਸਾਹਿਬ ਦੇ ਕਹਿਣ ਵਾਂਗੂ ਖਾਈ ਜਾਓਗੇ ਔਰ ਨਾਲ ਥੋੜ੍ਹੀਆਂ ਆਯੁਰਵੈਦਿਕ ਦੀਆਂ ਚੀਜ਼ਾਂ ਲੈਂਦੇ ਰਹੋਗੇ, ਜਿਵੇਂ ਮੰਨ ਲਓ ਆਯੁਰਵੈਦਿਕ ਦੇ ਵਿੱਚ ਸਭ ਤੋਂ ਬੈਸਟ ਚੀਜ਼ ਮਾਲ ਸਾਹਿਬ ਅਸੀਂ ਦਿੱਤੀ ਹੈ, ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ, ਡਾਇਬਟੀਜ਼ ਕੰਟਰੋਲ ਪਾਊਡਰ ਦੇ ਵਿੱਚ ਇਹਦੇ ਨਾਲ ਅਸੀਂ ਮਿਸ਼ਰਤ ਕੀਤਾ ਬੀਟਾ ਸੈੱਲ ਦੇ ਐਕਸ਼ਨ ਜਿਹੜੀ ਮੈਡੀਸਨ ਆ, ਉਹ 'ਚ ਅਸੀਂ ਬੜੇਵੇਂ ਦੀ ਗਿਰੀ, ਜਿਹਨੂੰ ਕਾਟਨ ਸੀਡ, ਹਾਂਜੀ ਸਰ ਉਹ ਚਿੜੀ ਦੀ ਜੀਭ ਵਰਗੀ ਹੁੰਦੀ ਹੈ ਜਦੋਂ ਵਿੱਚੋਂ ਕੱਢਦੇ ਆ। ਬਿਲਕੁਲ ਸਰ ਕਮਾਲ ਦਾ ਰਿਜ਼ਲਟ ਆਇਆ ਉਹਦਾ ਬੀਟਾ ਸੈਲਸ ਨੂੰ ਤਾਕਤ ਦੇਣ ਲਈ। ਜਿਹਨੂੰ ਵੀ ਅਸੀਂ ਉਹ ਮੈਡੀਸਨ ਦਿੰਦੇ ਉਹ ਮਹੀਨੇ ਬਾਅਦ ਆ ਕੇ ਕਹਿੰਦਾ ਸਰ 300 350 ਸੀ, ਆਪਣੀ ਤਾਂ 150 ਹੋ ਗਈ। ਅੱਛਾ, ਸ਼ੂਗਰ ਵੀ ਕੰਟਰੋਲ ਹੁੰਦੀ ਉਹਦੇ ਨਾਲ? ਵਾਹ, ਉਹ ਹੈ ਹੀ ਸ਼ੂਗਰ ਅਸਲੀ। ਆਪਾਂ ਕਹਿੰਦੇ ਸੀ ਨਾ ਡੰਗਰਾਂ ਨੂੰ ਪਾਉਂਦੇ ਆ, ਡੰਗਰਾਂ ਦੇ ਜਦੋਂ ਦੁੱਧ ਦੀ ਫੈਟ ਵਧਾਤੀ, ਹੋਰ ਚੀਜ਼ਾਂ 'ਚ ਫਾਇਦਾ ਕਰ ਰਹੀ ਆ, ਤਾਂ ਤੁਸੀਂ ਦੇਖੋ ਜਦੋਂ ਦੀ ਡੰਗਰਾਂ ਨੂੰ ਬੜੇਵਿਆਂ ਦੀ ਵੰਡ ਰੌਲੋਂ ਹਟ ਗਏ, ਉਸ ਤੋਂ ਬਾਅਦ ਸਾਡੇ ਹਾਲ ਦੇਖੋ ਕੀ ਹੋ ਗਏ। ਅਸੀਂ ਉਹੀ ਦੁੱਧ ਪੀਂਦੇ ਸੀ ਨਾ, ਪ੍ਰੋਸੈਸ ਹੋ ਕੇ ਆਉਂਦਾ ਸੀ ਸਾਡੇ ਕੋਲ, ਤਾਂ ਉਹਨੂੰ ਫਿਰ ਅਸੀਂ ਹੁਣ ਕੀ ਕੀਤਾ, ਹੋਰ ਤਾਂ ਕੋਈ ਹੱਲ ਨਹੀਂ ਸੀ, ਫਿਰ ਉਹਨੂੰ ਅਸੀਂ ਕੈਪਸੂਲ 'ਚ ਪਾਇਆ ਤੇ ਸਮਝਦਾਰ ਬੁੱਧੀਜੀਵੀ ਲੋਕਾਂ ਨੂੰ ਖਿਲਾਇਆ। ਉਸ ਤੋਂ ਬਾਅਦ ਨਾ ਜੀ ਜਿਹੜਾ ਬੀਟਾ ਸੈੱਲ ਐਕਸ਼ਨ ਜਿਹੜਾ ਸਾਡਾ ਪ੍ਰੋਡਕਟ ਆਇਆ, ਇਹਨੇ ਬੀਟਾ ਸੈੱਲਸ ਤੇ ਇੰਨਾ ਵਧੀਆ ਕੰਮ ਕੀਤਾ, ਲੋਕਾਂ ਦੀ ਡਾਇਬਟੀਜ਼ ਤੁਰੰਤ ਕੰਟਰੋਲ ਹੋ ਰਹੀ ਆ। ਹੌਲੀ ਹੌਲੀ ਉਹਨਾਂ ਦਾ ਇਨਸੂਲਿਨ ਇੰਜੈਕਸ਼ਨ, ਉਹਨਾਂ ਦਾ ਜਿਹੜਾ ਗੋਲੀਆਂ ਖਾਣ ਦਾ ਫੱਕਾ, ਉਹ ਬੰਦ ਹੋ ਰਿਹਾ। ਤੁਸੀਂ ਯਕੀਨ ਕਰੋ ਮਾਲ ਸਾਹਿਬ ਕਿ ਅੱਜ ਦੀ ਡੇਟ 'ਚ ਮੇਰੇ ਕੋਲੇ ਅਗਰ ਰੋਜ਼ ਦਾ 200-250 ਪੇਸ਼ੈਂਟ ਹੈ ਤਾਂ ਉਹਦੇ ਵਿੱਚੋਂ 100-150 ਪੇਸ਼ੈਂਟ ਡਾਇਬਟੀਜ਼ ਦਾ, 50-60 ਪੇਸ਼ੈਂਟ ਗੋਡਿਆਂ ਦੇ ਆਪਰੇਸ਼ਨ ਵਾਲੇ ਆ। ਮਤਲਬ ਬਾਕੀ ਜਿਹੜੇ ਨਸ਼ਾ ਛੱਡਣ ਵਾਲੇ ਹੋ ਗਏ, ਫੈਟੀ ਲੀਵਰ ਵਾਲੇ ਹੋ ਗਏ, ਉਹ ਅਲੱਗ, ਮਤਲਬ ਹਰ ਤਰ੍ਹਾਂ ਦਾ ਪੇਸ਼ੈਂਟ ਆਫਿਸ ਦੇ ਵਿੱਚ ਆਉਂਦਾ ਹੈ। ਔਰ 12-13 ਡਾਕਟਰ ਨੇ ਜਿਹੜੇ ਡੀਲ ਕਰਦੇ ਆ। ਔਰ ਜ਼ਿਆਦਾਤਰ ਲੋਕਾਂ ਦਾ ਰੁਝਾਨ ਹੁੰਦਾ ਵੀ ਗੋਇਲ ਸਾਹਿਬ ਨੂੰ ਮਿਲਣਾ, ਤਾਂ ਮੈਂ ਵੀ 2-3 ਦਿਨ ਰੱਖੇ ਹੋਏ ਨੇ ਆਪਣੇ ਕਿ ਮੈਂ ਡਾਕਟਰਾਂ ਦੇ ਨਾਲ ਬੈਠਦਾ ਤੇ ਲੋਕਾਂ ਨੂੰ ਮੈਂ ਮਿਲਦਾ। ਇਹ ਚੀਜ਼ਾਂ ਜਿਹੜੀਆਂ ਨੇ ਡਿਟੇਲ ਨਾਲ ਸਮਝਾਉਣ ਵਾਸਤੇ ਉਹਨਾਂ ਨੂੰ ਮੈਨੂੰ ਬੈਠਣਾ ਪੈਂਦਾ। ਇਹ ਡਾਇਬਟੀਜ਼ ਤਾਂ ਇੱਕ ਸਿਉਂਖ ਦੀ ਤਰ੍ਹਾਂ ਹੈ ਵੀ ਹੌਲੀ ਹੌਲੀ ਬਾਡੀ ਨੂੰ ਖਤਮ ਕਰਦੀ ਹੈ, ਸਾਰੇ ਅੰਗਾਂ ਤੇ ਉਹ ਆਪਰੇਟ ਕਰਦੀ ਹੈ। ਹਾਂਜੀ, ਤੁਸੀਂ ਦੇਖੋ ਮੈਡਮ, ਅੱਜ ਤੱਕ ਤੁਸੀਂ ਕਿਤੇ ਸਰਚ ਕਰ ਲਓ, ਸ਼ੂਗਰ ਨੂੰ ਅੱਜ ਤੱਕ ਬਿਮਾਰੀ ਦਾ ਦਰਜਾ ਨਹੀਂ ਮਿਲਿਆ। ਹਾਂਜੀ, ਤੁਸੀਂ ਦੇਖੋ, ਤੁਸੀਂ ਆਮ ਕਹੋਗੇ ਵੀ ਮੈਨੂੰ ਬੁਖਾਰ ਹੋ ਗਿਆ, ਕਿਸੇ ਨੂੰ ਕੋਈ ਬਿਮਾਰੀ ਹੋ ਗਈ, ਕਿਸੇ ਨੂੰ ਗੁਰਦਿਆਂ ਦੀ ਬਿਮਾਰੀ ਹੋ ਗਈ, ਇਹਨੂੰ ਆਮ ਬੰਦਾ ਵੀ ਇਹੀ ਕਹਿੰਦਾ ਮੈਨੂੰ ਸ਼ੂਗਰ ਹੋ ਗਈ, ਕਦੇ ਸ਼ੂਗਰ ਰੋਗ ਨਹੀਂ ਕਹਿੰਦਾ, ਸ਼ੂਗਰ ਦੀ ਬਿਮਾਰੀ ਨਹੀਂ ਕਹਿੰਦਾ, ਇਹ ਕੋਈ ਸ਼ੂਗਰ ਹੋ ਗਈ। ਮਤਲਬ ਉਹਨੂੰ ਵੀ ਇੰਨੀ ਕੀ ਨੌਲੇਜ ਆ। ਅੱਛਾ, ਜਦੋਂ ਉਹ ਕਿਤੇ ਵੀ ਉਹਨੇ ਜਾਣਾ ਡਾਕਟਰ ਕੋਲੇ, ਉਹਨੇ ਇਹੀ ਕਹਿਣਾ ਵੀ ਹੁਣ ਤੇਰੀ ਉਮਰ ਭਰ ਦੀ ਗੋਲੀ ਲੱਗ ਗਈ, ਖਾਈ ਜਾ, ਪਹਿਲਾਂ ਛੋਟੀ ਗੋਲੀ, ਫਿਰ ਵੱਡੀ ਗੋਲੀ, ਫਿਰ ਉਸ ਤੋਂ ਵੱਡੀ, ਜਦ ਉਹਦੇ ਨਾਲ ਨਹੀਂ ਸਰਦਾ ਫਿਰ ਟੀਕਾ। ਮਤਲਬ ਹੌਲੀ ਹੌਲੀ ਜਿਹੜੇ ਬੰਦੇ ਨੇ 80-90 ਸਾਲ ਜਿਉਣਾ ਸੀ, ਉਹ 40-45 ਸਾਲ 'ਚ ਨਿਪਟ ਲੈਂਦਾ ਹੈ ਨਾ। ਤੇ ਉਹਨੂੰ ਪਹਿਲਾਂ ਤਾਂ ਐਂ ਹੋ ਜਾਂਦਾ ਵੀ ਹੁਣ ਯਾਰ ਕੀ ਜਿਉਣ ਦਾ ਫਾਇਦਾ, ਆਪਾਂ ਤਾਂ ਹੁਣ ਖਤਮ ਹੀ। ਪਰ ਜੇ ਉਹ ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਦਾ, ਜਿਵੇਂ ਮੈਂ ਮੇਥੀ ਮੂਥੀ ਦੱਸਦਾ ਰਹਿਣਾ, ਥੋੜ੍ਹਾ ਬਹੁਤਾ ਆਪਣੀ ਡਾਈਟ ਸੈੱਟ ਕਰ ਲਓ, ਸਵੇਰੇ ਸਲਾਦ ਖਾਓ, ਸਲਾਦ ਦੇ ਵਿੱਚ ਚੁਕੰਦਰ ਤੇ ਗਾਜਰ ਜ਼ਰੂਰ ਰੱਖਿਆ ਕਰੋ। ਉਸ ਤੋਂ ਬਾਅਦ ਜਿਹੜੇ ਮੈਂ ਦੱਸਦਾ ਕਿ ਫਰੂਟ ਨੇ, ਜਿਹੜੇ ਫਰੂਟ ਇੱਕ ਦਿਨ 'ਚ ਇੱਕ ਖਾਓ, ਇਹ ਨਾ ਹੋਵੇ ਪਲੇਟ ਭਰ ਕੇ ਖਾਣ ਲੱਗ ਗਏ। ਫਰੂਟ ਇੱਕ ਜ਼ਰੂਰ ਖਾਓ ਤਾਂ ਕਿ ਬਾਡੀ ਦਾ એનર્ਜੀ ਲੈਵਲ ਠੀਕ ਹੋਵੇ। ਤੁਹਾਨੂੰ ਲੱਗਦਾ ਕਿ ਲਾਈਫ ਸਟਾਈਲ ਚੇਂਜ ਕਰਨਾ ਥੋੜਾ? ਹਾਂ, ਇਹ ਹੈ ਹੀ ਲਾਈਫ ਸਟਾਈਲ। ਜੇ ਸ਼ੂਗਰ ਦਾ ਮਰੀਜ਼ ਸਹੀ ਲਾਈਫ ਸਟਾਈਲ, ਇੱਕ ਦਮੇ ਦਾ ਮਰੀਜ਼, ਇੱਕ ਸ਼ੂਗਰ ਦਾ ਮਰੀਜ਼, ਇਹ ਦੋ ਮਰੀਜ਼ਾਂ ਦੇ ਉੱਤੇ ਰੱਬ ਦੀ ਪੂਰੀ ਬਖਸ਼ਿਸ਼ ਰਹਿੰਦੀ ਹੈ, ਕਿਉਂਕਿ ਦਮ ਵੀ ਇੰਨਾ ਕੀ ਹੁੰਦਾ ਨਾ ਹੋ ਜੇ, ਉਹ ਪੂਰੇ ਪਰਹੇਜ਼ ਨਾਲ ਜ਼ਿੰਦਗੀ ਜੀ ਰਿਹਾ ਹੁੰਦਾ। ਉਹ ਸਭ ਤੋਂ ਵੱਧ ਉਮਰ ਦਮੇ ਦੇ ਮਰੀਜ਼ ਦੀ ਹੁੰਦੀ ਆ, ਸਭ ਤੋਂ ਵੱਧ ਉਮਰ ਹੁੰਦੀ ਹੈ, ਕਿਉਂਕਿ ਉਹ ਇੱਕ ਚੀਜ਼ ਨਾਪ ਤੋਲ ਕੇ ਖਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸ਼ੂਗਰ ਦਾ ਮਰੀਜ਼ ਹੈ ਨਾ ਜੀ, ਜਿਹੜਾ ਨਾਪ ਤੋਲ ਕੇ ਖਾਂਦਾ, ਢੰਗ ਨਾਲ ਚੱਲਦਾ, ਪੈਗ ਨਹੀਂ ਲਾਉਂਦਾ ਮੋਟੇ ਇੱਕ ਅੱਧਾ 50-60 ml ਦਾ ਲਾ ਲਿਆ, ਕੀ ਹੁੰਦਾ, ਕੁਛ ਨਹੀਂ ਕਹਿੰਦਾ। ਮਤਲਬ 60 ਤੱਕ ਠੀਕ ਹੈ। ਹਾਂ, ਹੁਣ ਪਤਾ ਕਈ ਕੀ ਕਰਨਗੇ, ਬਰਫ਼ ਠੋਕ ਕੇ ਪਾ ਕੇ ਦਾਰੂ ਪੀ ਜਾਣੀ, ਫਿਰ ਅੱਗ ਵਰਗਾ ਉਹਦੇ ਨਾਲ ਖਾਣਾ, ਚਾਹੇ ਚਿਕਨ ਹੋ ਗਿਆ, ਇਹ ਅੱਗ ਵਰਗਾ, ਫਿਰ ਅੰਦਰ ਜਾ ਕੇ ਘਮਸਾਣ ਹੀ ਪਊਗਾ ਜੀ, ਹੈ ਨਾ। ਤਾਂ ਉਹ ਚੀਜ਼ ਨੂੰ ਵੀ ਬਰਕਰਾਰ ਰੱਖਣ ਵਾਸਤੇ ਤੁਸੀਂ ਉਹਦੇ ਨਾਲ ਰੋਸਟਡ ਚੀਜ਼ਾਂ ਲੈ ਲਓ, ਬਹੁਤਾ ਗਰਮ ਉਹਦੇ ਨਾਲ ਨਾ ਲਓ ਫੂਡ, ਤਾਂ ਉਹ ਚੀਜ਼ਾਂ ਜਿਹੜੀਆਂ ਨੇ ਤੁਹਾਡੀ ਬਾਡੀ ਨੂੰ ਸੈੱਟ ਰੱਖ ਸਕਦੀਆਂ ਨੇ। ਪਰ ਜਿਹੜਾ ਪੇਸ਼ੈਂਟ ਡਾਇਬਟਿਕ ਪੇਸ਼ੈਂਟ ਹੈ, ਅਗਰ ਉਹ ਤਰੀਕੇ ਨਾਲ ਥੋੜਾ ਜਿਹਾ ਜ਼ਿੰਦਗੀ ਨੂੰ ਜੀ ਲੈਂਦਾ ਤਾਂ ਆਮ ਲੋਕਾਂ ਨਾਲੋਂ ਵੱਧ ਜ਼ਿੰਦਗੀ ਜਿਉਂਦਾ ਔਰ ਤੰਦਰੁਸਤ ਜ਼ਿੰਦਗੀ, ਬੈਲੈਂਸਡ ਲਾਈਫ ਸਟਾਈਲ ਹੋਣਾ ਚਾਹੀਦਾ ਹੈ। ਹਾਂਜੀ, ਨਹੀਂ ਤਾਂ ਕਮਜ਼ੋਰੀ ਕਰ ਦਿੰਦੀ ਹੈ ਜੀ, ਬੰਦੇ ਨੂੰ ਅੰਦਰੋਂ ਅੰਦਰ ਖਤਮ ਕਰ ਦਿੰਦੀ ਹੈ। ਉਹਨਾਂ ਦੀ ਮੈਰਿਡ ਲਾਈਫ ਡਿਸਟਰਬ ਅੱਡ ਹੋ ਜਾਂਦੀ ਹੈ, ਫੈਮਿਲੀ ਲਾਈਫ ਅੱਡ ਹੋ ਜਾਂਦੀ ਹੈ, ਮਤਲਬ ਉਹ ਆਪਸ 'ਚ ਖੁਸ਼ ਹੀ ਨਹੀਂ ਰਹਿ ਪਾਉਂਦੇ। ਇੱਦਾਂ ਦੇ ਹਾਲਾਤ ਬਣ ਜਾਂਦੇ ਆ ਜਦੋਂ ਇਹਨੂੰ ਡਾਇਬਟਿਕ ਪੇਸ਼ੈਂਟ ਸਟ੍ਰੈਸ ਦੇ ਵੱਲ ਚੱਲਦਾ। ਇੱਕ ਚੀਜ਼ ਤਾਂ ਬਹੁਤ ਅੱਛੀ ਲੱਗੀ ਮੈਨੂੰ ਕਿ ਜ਼ਿੰਦਗੀ ਦੇ ਵਿੱਚ ਹਰ ਬੰਦੇ ਦਾ ਰਹਿਣ ਸਹਿਣ, ਜੋ ਬਿਜ਼ਨਸ, ਸਮਥਿੰਗ ਲਾਈਕ ਦੈਟ, ਜੋ ਵੀ ਹੈਗਾ ਉਹ ਤੇ ਹੁੰਦਾ ਹੀ ਹੈ, ਵੀ ਚਾਹੀਦਾ, ਕਿਉਂਕਿ ਜੀਵਨ ਇਹਦੇ ਨਾਲ ਹੀ ਤੁਰਦਾ ਅੱਗੇ। ਪਰ ਜਿਹੜਾ ਤੁਸੀਂ ਆ ਸਮਾਜ ਸੇਵੀ ਤੁਸੀਂ ਆ ਕਰਨ ਲੱਗੇ ਹੋ, ਜਿਹੜਾ ਤੁਸੀਂ ਆ ਬੀੜਾ ਚੁੱਕਿਆ,
ਐਪਰੀਸ਼ੀਏਟ। ਪਰਮਾਤਮਾ ਕਰੇ ਸਭ ਤੋਂ ਪਹਿਲਾਂ ਤੁਹਾਨੂੰ ਤੰਦਰੁਸਤੀ ਦੇਵੇ, ਜਿਹੇ ਜੀ ਤੁਹਾਡੀ ਸੋਚ ਬਣਾਈ ਹੋਈ ਹੈ ਤੁਸੀਂ ਇਵੇਂ ਕਰਦੇ ਰਹੋ, ਬਸ ਕਾਰਵਾਂ ਚੱਲਦਾ ਰਹੇ ਤੇ ਦੁਨੀਆ ਆਈ ਚੱਲੀ ਇੰਜੋਏ ਕਰੇ ਔਰ ਠੀਕ ਠਾਕ ਹੁੰਦੀ ਰਹੇ। ਸਾਰਾ ਕੁਝ ਕਰਨਾ ਬਾਬਾ ਜੀ ਨੇ ਆ, ਹਾਂ ਰਹਿਮਤ ਉਹਨਾਂ ਦੀ ਹੈ। ਵੈਰੀ ਗੁੱਡ। ਹੁਣ ਲੋਕੀ ਕਹਿੰਦੇ ਸੀ ਵੀ ਬਾਬਾ ਜੀ ਨੇ ਕਿਹਾ ਵੀ ਦਸਵੰਧ ਕੱਢੋ, ਹਾਂ ਬਈ ਕੱਢੋ ਬਈ, ਦਸਵੰਧ ਕੱਢ ਕੇ ਲਾਉਂਦੇ ਕਿੱਥੇ ਹੋ ਇਹ ਵੀ ਤਾਂ ਦੇਖੋ। ਹਾਂ ਤੁਸੀਂ ਦਸਵੰਧ ਕੱਢ ਲਿਆ, ਦਿੱਤਾ ਕਿੱਥੇ? ਮੈਂ ਤਾਂ ਜੀ ਮਰੀਜ਼ ਦੀ ਪਰਚੀ ਤੇ 10% ਲੈਸ ਲਿਖ ਦਿੰਦਾ ਵੀ ਭਾਈ ਆਹੀ ਦਸਵੰਧ, ਜਿਹੜਾ ਗਰੀਬ ਦਾ ਮਰੀਜ਼ ਦਾ ਫਾਇਦਾ ਹੋ ਗਿਆ ਉਹ ਸੀਸ ਦੇ ਕੇ ਜਾਂਦਾ ਵੀ ਗੋਇਲ ਸਾਹਿਬ ਇਹੋ ਜਿਹਾ ਤਾਂ ਕਿਤੇ ਵੀ ਨਹੀਂ ਦੇਖਿਆ, ਅਸੀਂ ਕਿਹਾ ਵੀ ਨਹੀਂ, ਤੁਸੀਂ ਘੱਟਤਾ ਕਿਉਂ? ਜਿਹੜਾ ਉਹ ਦਸਵੰਧ ਅਸੀਂ ਉੱਤੇ ਹੀ ਕੱਢਤਾ ਬਾਬਾ ਜੀ ਦੇ ਰੋਹ ਦਾ ਵੀ ਬਾਬਾ ਜੀ ਇਹਦੇ ਤੇ ਕਿਰਪਾ ਰੱਖਿਓ, ਇਹ ਜੇ ਠੀਕ ਹੋਊਗਾ 10 ਨੂੰ ਹੋਰ ਲੈ ਕੇ ਆਊਗਾ, ਨਾਲ ਸੀਸਾਂ ਦਊਗਾ, ਜਿਹੜੀਆਂ ਸੀਸਾਂ ਨੇ ਉਹ ਸਾਨੂੰ ਵੀ ਤੰਦਰੁਸਤ ਰੱਖਣਗੇ। ਦੇਖੋ ਜੀ ਇੱਕ ਚੀਜ਼ ਦਾ ਹਾਂਜੀ ਮੈਡਮ, ਇੱਕ ਚੀਜ਼ ਦਾ ਬੜੀ ਜਿਹੜੀ ਮੇਰੇ ਮਨ ਨੂੰ ਲੱਗੀ ਹੈ ਕਿ ਦੂਸਰਿਆਂ ਨੂੰ ਤਾਂ ਬੜੀ ਅੱਛੀ ਸਿੱਖਿਆ ਮਿਲੀ ਹੈ ਔਰ ਕਰਨਗੇ। ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਰੂ ਕਰਨੇ ਕਿ ਮੈਡਮ ਤੁਸੀਂ ਬਿਲਕੁਲ ਹੈ ਸਭ ਤੋਂ ਪਹਿਲਾਂ ਥੋੜੀ ਬਹੁਤ ਅਸੀਂ ਵੈਸੇ ਬੈਲੈਂਸ ਰੱਖ ਰਹੇ ਹਾਂ, ਮੈਂ ਵੀ ਰੱਖ ਰਿਹਾ, ਇਹ ਵੀ ਬਹੁਤ ਧਿਆਨ ਰੱਖ ਰਹੇ ਹਾਂ ਆਪਣਾ, ਲੇਕਿਨ ਮੈਂ ਅੱਗੇ ਨੂੰ ਕੁਝ ਇੱਕ ਚੀਜ਼ਾਂ ਇੱਥੋਂ ਮੈਂ ਸਿੱਖ ਕੇ ਜਾ ਰਿਹਾ ਪਹਿਲਾਂ ਆਪ ਸ਼ੁਰੂ ਕਰਾਂਗਾ। ਨਹੀਂ ਮਤਲਬ ਯੋਗਾ ਹੋਣਾ ਚਾਹੀਦਾ, ਲਾਈਫ ਸਟਾਈਲ ਦਾ ਤੁਹਾਡਾ ਖਾਣਾ ਪੀਣਾ ਠੀਕ ਹੋਣਾ ਚਾਹੀਦਾ, ਫਿਰ ਤੁਸੀਂ ਆਯੁਰਵੈਦਿਕ ਚੀਜ਼ਾਂ ਦਾ ਆਪਣੀ ਰਸੋਈ ਚੋਂ ਜਿੱਚੋਂ ਸਾਨੂੰ ਰਸ ਮਿਲਦਾ ਉਹ ਚੀਜ਼ਾਂ ਤੁਸੀਂ ਯੂਜ਼ ਕਰੋ, ਕਿਚਨ ਚੋਂ ਨਾ ਕਰੋ। ਕਿਚਨ ਚੋਂ ਨਾ ਕਰੋ, ਕਿਚਨ ਨੂੰ ਤਾਂ ਬਾਹਰ ਕੱਢੋ ਘਰ ਚ। ਹਾਂਜੀ ਬਿਲਕੁਲ। ਤੇ ਰਸੋਈ ਜਿਹੜੀ ਹੈ ਇੱਕ ਹੋਰ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਮੈਡਮ, ਜਿੱਥੇ ਤੁਸੀਂ ਫ੍ਰਿਜ ਰੱਖਿਆ ਘਰ ਚ, ਮੈਂ ਕਹਿੰਦਾ ਤੁਸੀਂ 10 ਲੱਖ ਦਾ ਫ੍ਰਿਜ ਲੈ ਆਓ, ਉਹਨੇ ਤੁਹਾਨੂੰ ਬਿਮਾਰ ਕਰਨਾ। ਇੱਕ ਨਾਲ 1000 ਰੁਪਏ ਦਾ ਮੱਟ ਲੈ ਆਓ, ਘੜਾ ਲੈ ਆਓ, 1000 ਰੁਪਏ ਦਾ ਵਿਦ ਸਟੈਂਡ, ਉੱਤੇ ਇੱਕ ਡੋਈ ਰੱਖੋ ਐ ਜਿਹੜਾ ਪਾਣੀ ਕੱਢਣ ਵਾਲੀ ਹੁੰਦੀ, ਨਹੀਂ ਫੇਰ ਕਾਲ ਕਰ ਜਾਂਦੇ ਆ ਘੜੇ ਚੋਂ ਪਾਣੀ ਕੱਢਣ, ਜਾਂ ਡੋਈ ਪਈ ਹੁੰਦੀ ਹੈ ਨਾ, ਕਈ ਵਾਰੀ ਨਿਆਣੇ ਉਹ ਚੌ ਦੇ ਮਾਰੀ ਕੱਢ ਕੇ ਪੀ ਲੈਂਦੇ। ਜਦੋਂ ਪੀਣ ਲੱਗ ਜਾਂਦਾ ਨਾ ਜੀ ਬੱਚਾ, ਉਹਨੂੰ ਐਸਾ ਸਵਾਦ ਪੈਂਦਾ ਉਹਦਾ ਪਾਣੀ ਦਾ, ਉਹਦੇ ਵਰਗਾ ਪਾਣੀ ਨਹੀਂ ਮਿਲ ਸਕਦਾ। ਉਹ ਅੰਮ੍ਰਿਤ ਆ, ਉਹ ਨੀਰ ਹੈ ਅਸਲੀ, ਉਸ ਤੋਂ ਬਾਅਦ ਬਾਕੀ ਸਭ ਕੁਝ ਨਕਲੀ ਹੈ। ਉਹ ਆਟੋ ਫਿਲਟਰ ਹੁੰਦਾ, ਹਾਂ, ਉਹਦੇ ਮੂਹਰੇ ਕੋਈ ਐਕਵਾਗਾਰਡ ਨਹੀਂ ਕੰਮ ਕਰ ਸਕਦਾ ਜੀ। ਉਹ ਤੁਸੀਂ ਘੜੇ ਦੇ ਵਿੱਚ ਬਸ ਹੱਥ ਮਾਰ ਕੇ ਨਹੀਂ ਧੋਣਾ, ਐਂ ਘਚੱਲ ਕੇ ਜਦ ਮਰਜੀ ਉਹਨੂੰ ਰੱਖ ਦਿਓ। ਕਿਆ ਕਮਾਲ ਦਾ ਜੀ ਘੜਾ, 10 ਸਾਲ ਔਰ ਬੜੀ ਵਧੀਆ ਖੁਸ਼ਬੂ ਆਉਂਦੀ ਹੈ, ਖੁਸ਼ਬੂ ਪਾਣੀ ਦਿਲ ਕਰਦਾ ਪਾਣੀ ਪੀਣ ਨੂੰ, ਮਿੱਟੀ ਦੀ ਖੁਸ਼ਬੂ ਆਉਂਦੀ ਹੈ। ਹਾਂ ਮਿੱਟੀ ਦੀ। ਅੱਛਾ ਮਿੱਟੀ ਤੋਂ ਗੱਲ ਸੁਣ ਲਓ ਜੀ, ਤੁਸੀਂ ਸਮਝੋ ਗੱਲ, ਮੈਂ ਤੁਹਾਨੂੰ ਇੱਕ ਬੜੀ ਮੁੱਦੇ ਦੀ ਗੱਲ ਦੱਸਣ ਜਾ ਰਿਹਾ ਕਿ ਜਿਹੜਾ ਇਨਸਾਨ ਹੈ ਇਹ ਵੀ ਤਾਂ ਮਿੱਟੀ ਆ, ਇਹ ਵੀ 5 ਧਾਤੂ ਹੈ, ਉਹਦਾ ਇੱਕ ਧਾਤੂ ਧਰਤੀ 'ਚ ਹੈ। ਤੁਸੀਂ ਸਿਵੇ ਦੀ ਮਿੱਟੀ ਲੈ ਲਓ ਤੇ ਧਰਤੀ ਦੀ ਮਿੱਟੀ ਲੈ ਲਓ, ਦੋਨਾਂ ਦੇ ਟੈਸਟ ਕਰਾ ਲਿਓ, ਇੱਕੋ ਮਿਨਰਲਸ ਆਉਣਗੇ। ਬਿਲਕੁਲ ਸਹੀ ਗੱਲ। ਇਹ ਮਤਲਬ ਸਾਨੂੰ ਮਿੱਟੀ ਦੀ ਖੁਸ਼ਬੂ ਤਾਂ ਚੰਗੀ ਲੱਗਦੀ ਹੈ ਵੀ ਅਸੀਂ ਖੁਦ ਜੁੜੇ ਹੋਏ ਹਾਂ, ਖੁਦ ਮਿੱਟੀ ਆ, ਉਹਦੇ ਪਾਰਟ ਹੈ, ਉਹਦੇ ਪਾਰਟ ਆ ਅਸੀਂ। ਤੇ ਇਸ ਕਰਕੇ ਸਾਨੂੰ ਉਹ ਚੀਜ਼ਾਂ ਜਿਹੜੀਆਂ ਨੇ ਜੇ ਅਸੀਂ ਉਹਦੇ 'ਚ ਜਾਂਦੇ ਹਾਂ, ਹੁਣ ਜਿਵੇਂ ਅੱਜ ਕੱਲ ਹਰੇਕ ਬੰਦੇ ਦਾ ਵਿਟਾਮਿਨ ਡੀ ਘਟੀ ਜਾਂਦਾ ਹੈ। ਹਾਂਜੀ, ਉਹ ਕਮਲੇ ਥੋੜੀ ਜਿਹੀ ਧੁੱਪ ਲੈ ਲਓ, ਕਿਉਂ ਏਸੀ ਦੇ ਡੱਬਿਆਂ 'ਚ ਬੰਦ ਹੋ ਗਏ, ਕਾਰ 'ਚ ਵੜ ਗਏ ਏਸੀ। ਆਪਣੇ ਇੰਡੀਆ ਪੰਜਾਬ 'ਚ ਇੰਨੀ ਧੁੱਪ ਹੈ ਫਾਲਤੂ 'ਚ। ਮੈਂ ਕਹਿੰਦਾ ਜੀ ਤੁਸੀਂ ਰਹੋ ਏਸੀ 'ਚ ਰਹੋ, ਪਰ ਇੱਕ ਵਾਰੀ ਧੁੱਪ 'ਚ ਜਾ ਕੇ ਬੈਠੋ। ਇਹ ਆਮ ਕਰਕੇ ਕਿਹਾ ਗਿਆ ਹੈ ਕਿ ਜਿਹੜੀ ਡਾਇਬਟੀਜ਼ ਹੈ ਇਹਦੇ ਨਾਲ ਤੁਹਾਡੇ ਸਰੀਰ ਦੀ એનર્ਜੀ ਲਾਸ ਹੁੰਦੀ ਹੈ ਜੀ, ਹੈ ਨਾ, ਹੁੰਦੀ ਹੈ ਨੈਚੁਰਲ। ਤੇ ਇਹਨੂੰ એનર્ਜੀ ਨੂੰ ਵਾਪਸ ਲੈਣ ਵਾਸਤੇ ਕਿਆ X+ ਇਹਦੇ ਵਿੱਚ ਵਾਸਤੇ ਜਿਹੜਾ ਤੁਸੀਂ ਇਹ ਪ੍ਰੋਡਕਟ ਹੈ ਆਪਣਾ, ਇਹਦੀ ਵੀ ਕਾਫੀ ਇਹਦੀ ਵੀ ਹੈ ਇੰਪੋਰਟੈਂਸ ਹੈ, ਇਹਦੀ ਬਹੁਤ ਇੰਪੋਰਟੈਂਸ ਹੈ ਮਾਲ ਸਾਹਿਬ। ਜਿਹੜਾ X+ ਹੈ ਨਾ, ਇਹਦੇ ਵਿੱਚ ਸਪੈਸ਼ਲੀ ਜਿਹੜਾ ਔਸ਼ਧੀ ਹੈ ਉਹ 골ਡ ਪ੍ਰੈਪਰੇਸ਼ਨ ਹੈ। ਜਦ ਤੱਕ ਨਾੜਾਂ ਨੂੰ ਤਾਕਤ ਦੇਣੀ ਹੈ, ਹਾਂਜੀ ਹੱਡੀਆਂ ਨੂੰ ਤਾਕਤ ਦੇਣੀ ਹੈ, ਤਾਂ 골ਡ ਪ੍ਰੈਪਰੇਸ਼ਨ ਕੰਮ ਕਰਦੀ ਹੈ। ਫਿਰ ਇਹਦੇ ਵਿੱਚ ਸ਼ੋਧਨ ਕੁਚਲੇ ਦਾ, ਕੁਚਲਾ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਦੀ ਚੀਜ਼ ਹੈ, ਉਹਨੂੰ ਹਰ ਕੋਈ ਕੁਚਲਾ ਇੱਕ ਔਸ਼ਧੀ ਹੈ, ਔਰ ਉਹ ਮਤਲਬ ਬਾਡੀ ਨੂੰ ਤਾਕਤ ਦੇਣ ਵਾਸਤੇ ਵੀ ਹੈ ਔਰ ਸਟੈਮੂਲੇਟ ਕਰਨ, ਸਟੈਮਿਨਾ ਵਧਾਉਣ ਵਾਸਤੇ ਆ। X+ 골ਡ ਕੈਪਸੂਲ ਅਸੀਂ ਤਾਂ ਦਿੰਦੇ ਹਾਂ ਕਿ ਜਿਹੜੇ ਡਾਇਬਟਿਕ ਪੇਸ਼ੈਂਟ ਆ ਉਹਨਾਂ ਦੀ ਮੈਰਿਡ ਲਾਈਫ ਬਿਲਕੁਲ ਹੀ ਡੈਡ ਹੋ ਜਾਂਦੀ ਹੈ। ਕਈ ਤਾਂ ਆ ਕੇ ਕਹਿਣਗੇ ਵੀ ਗੋਇਲ ਸਾਹਿਬ, ਦੋਏ ਬੈਠੇ ਹੁੰਦੇ ਨੇ ਮੇਰੇ ਕੋਲ ਮੀਆਂ ਬੀਵੀ, ਉਹ ਕਹਿਣਗੇ ਵੀ ਗੋਇਲ ਸਾਹਿਬ ਸਾਨੂੰ ਤਾਂ ਮਿਲਿਆ ਨੂੰ ਵੀ ਕਈ ਸਾਲ ਹੋ ਗਏ ਆਪਸ 'ਚ, ਹੈ ਨਾ, ਤੇ ਉਹ ਮੈਂ ਹਿੰਟ ਸਮਝ ਜਾਂਦਾ ਹੁੰਦਾ ਵੀ ਇਹਨਾਂ ਦਾ ਕਹਿਣ ਦਾ ਕੀ ਮਤਲਬ ਹੈ। ਫਿਰ ਉਹਨੂੰ ਕਹੀਦਾ ਵੀ ਇੱਕ ਕੈਪਸੂਲ ਇਹ ਤੁਸੀਂ ਲੈ ਲਿਆ ਕਰੋ, ਤੇ ਫਿਰ ਉਹ ਕਹਿੰਦਾ ਜੀ ਮੇਰੀ ਤਾਂ ਚਲੋ ਠੀਕ ਹੈ, ਫਿਰ ਵੀ ਮੈਡਮ ਵੀ ਬਹੁਤ ਅੱਜ ਕੱਲ੍ਹ ਮਤਲਬ ਰੁਝਾਨ ਹੀ ਨਹੀਂ ਇਹਨਾਂ ਗੱਲਾਂ 'ਚ। ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਉੱਥੇ ਕੰਮ ਕਰਦੀਆਂ ਨੇ। ਸ਼ੂਗਰ ਦੇ ਮਰੀਜ਼ ਨੂੰ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਮਿੱਤਰ ਤੂੰ ਇਹ ਕੈਪਸੂਲ ਖਾ ਲੈ 2-3 ਮਹੀਨੇ ਤਾਂ ਤੇਰਾ ਠੀਕ ਹੋ ਜਾਊਗਾ, ਤੇ ਉਹ ਰਿਵਰਸ ਹੋ ਜਾਂਦੀ ਹੈ। ਉਦੋਂ ਬਾਅਦ ਫਿਰ ਉਹਦਾ ਕੌਨਫੀਡੈਂਸ ਜਿਹੜਾ ਹੈਗਾ ਉਹ ਲੈਵਲ ਆ ਜਾਂਦਾ ਬਾਡੀ ਦੇ ਵਿੱਚ, ਤੇ ਫਿਰ ਉਹ ਆਪਣੀ ਗ੍ਰਸਤ ਜੀਵਨ ਜਿਹੜਾ ਉਹਨਾਂ ਦਾ ਉਹ ਵੀ ਠੀਕ ਰਹਿੰਦਾ। ਅੱਛਾ, ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਸਭ ਤੋਂ ਜ਼ਰੂਰੀ ਹੈ ਹਸਬੈਂਡ ਵਾਈਫ ਦਾ ਗ੍ਰਸਤ ਜੀਵਨ ਸਟਰੋਂਗ ਹੋਣਾ। ਦੈਟਸ देयर
ਮੈਂ ਇਸੇ ਗੱਲ ਦੇ ਉੱਤੇ ਤੁਹਾਡੇ ਨਾਲ ਮੈਂ ਥੋੜਾ ਸ਼ੇਅਰ ਕਰਾਂਗਾ। ਜਦੋਂ ਤੁਸੀਂ ਉਹ ਬੜੇ ਬੜੇ ਹੋਲਡਿੰਗ ਲਗਾਏ ਔਰ ਉਹਦੇ ਤੇ ਲਿਖਿਆ ਹੋਇਆ ਔਰ ਤੇ ਮੈਂ ਵੀ ਜੁੜਿਆ ਹੋਇਆ ਤੁਹਾਡੇ ਨਾਲ, ਮੈਨੂੰ ਬਹੁਤ ਮਿੱਤਰਾਂ ਨੇ, ਸੱਚਾਈ ਹੈ, ਕੋਈ ਝੂਠ ਇੱਕ ਵਰਡ ਨਹੀਂ ਹੈ, ਕਿਉਂਕਿ ਮੈਂ ਪਹਿਲਾਂ ਤੁਹਾਡੇ ਨਾਲ ਸ਼ਪਥ ਲੈ ਲਈ ਹੈ ਕਿ ਜੋ ਬੋਲੂੰਗਾ ਸੱਚ ਬੋਲੂੰਗਾ। ਮੈਨੂੰ ਬਾਹਰੋਂ ਵੀ ਫੋਨ ਆਉਂਦੇ ਰਹੇ, ਕਹਿੰਦੇ ਮਾਲ ਸਾਹਿਬ ਤੁਹਾਡੇ ਬੜੇ ਦੇਖੇ ਬੜੇ ਪੋਸਟਰ ਲੱਗੇ ਹੋਏ ਹੈ ਫਲਾਨਾ, ਕਿਆ ਤੁਸੀਂ ਯੂਜ਼ ਕੀਤਾ? ਮੈਂ ਕਿਹਾ ਦੇਖ ਲਓ, ਆਜੋ ਘੁਲ ਕੇ ਦੇਖ ਲਓ। ਮੈਂ ਕਿਹਾ ਦੇਖ ਲਓ, ਤੁਹਾਤੋਂ ਮੈਂ ਵੱਡਾ ਹੀ ਹੋਵਾਂਗਾ ਤੇ ਮੈਂ ਤਾਂ ਬਈ ਇਹਨੂੰ ਯੂਜ਼ ਕੀਤਾ। ਨਹੀਂ, ਬਿਲਕੁਲ ਸਟਰੋਂਗ। ਕਈਆਂ ਨੇ ਫਿਰ ਮੈਨੂੰ ਪੁੱਛਿਆ ਵੀ ਹੈ, ਫਿਰ ਮੈਨੂੰ ਇਹ ਵੀ ਪੁੱਛਿਆ, ਮੈਂ ਕਿਹਾ ਲੈ ਵੀ ਇਹ ਜਾ ਕੇ ਤੁਸੀਂ ਉਹਨਾਂ ਡਾਕਟਰਸ ਨੂੰ ਮਿਲੋ ਤੁਸੀਂ, ਤੇ ਇਹ ਮੈਂ ਤਾਂ ਡਾਕਟਰ ਹੈ ਨਹੀਂ, ਸੋ ਇਹ ਵਾਕਈ ਵੈਰੀ ਗੁੱਡ ਇਟ ਇਜ਼ ਫॉर ਬਹੁਤ ਚੀਜ਼ ਵਧੀਆ ਬਣਾਈ ਜੀ ਸਾਡੇ ਵੈਦ ਜੀ ਨੇ। ਔਰ ਵਰਲਡ ਲੈਵਲ ਵਿਮਨ ਦੀ એનર્ਜੀ ਲੈਵਲ ਵੀ ਹੈ ਕੋਈ ਸ਼ਿਲਾਜੀਤ ਜਿਵੇਂ ਹੁੰਦੀ ਹੈ ਵਿਮਨ ਦੀ એનર્ਜੀ ਲੇਡੀਜ਼ ਵਾਸਤੇ। ਹਾਂ, ਲੇਡੀਜ਼ ਦਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਲੇਡੀਜ਼ ਦੇ ਵਿੱਚ ਲੇਜ਼ੀਨੈਸ ਆ ਜਾਂਦੀ ਆ, ਕਿਉਂ ਜਦੋਂ ਇਸ ਗੱਲ 'ਚ ਰੁਝਾਨ ਨਹੀਂ ਹੁੰਦਾ, ਉਹ ਵੀ ਫਿਰ ਆਪਦੇ ਆਪ ਨੂੰ ਪੂਜਾ ਪਾਠ 'ਚ ਲਾ ਲੈਂਦੀ ਆ ਵੀ ਚਲੋ ਹੁਣ ਆਈ ਚੱਲੂਗੀ ਨੈਚੁਰਲੀ ਉਹ। ਲੇਕਿਨ ਜਦੋਂ ਤੱਕ એનર્ਜੀ ਬਣਦੀ ਨਹੀਂ, ਹੁਣ ਉਹਦੇ ਲਈ ਅਸੀਂ ਨਾੜੀ ਗਜ ਕੇਸਰੀ ਬਣਾਇਆ, ਇਹ ਬਾਲ ਸਾਹਿਬ ਦੇ ਹੱਥ 'ਚ ਆ। ਇਹ ਲੇਡੀਜ਼, ਹਾਂ ਇਹ ਲੇਡੀਜ਼ ਵਾਸਤੇ ਆ। ਇਹ ਨਾ ਜੀ ਇਹਨੂੰ ਅਸੀਂ 2 ਕਲਰ 'ਚ ਦਿੱਤਾ ਜੀ ਕੈਪਸੂਲ ਨੂੰ। ਜਿਵੇਂ ਨਾ ਅਸੀਂ ਅਧਿਆਤਮ ਨਾਲ ਜੁੜੇ ਹੋਏ ਆ, ਉਹਦੇ ਵਿੱਚ ਬਣਿਆ ਹੋਇਆ ਨਾ ਵੀ ਅਰਧ ਨਾਰੀ ਨਟੇਸ਼ਵਰ, ਸ਼ਿਵ ਜੀ ਅੱਧੇ, ਪਾਰਵਤੀ ਅੱਧੇ, ਸ਼ਿਵ ਭੋਲੇਨਾਥ, ਤਾਂ ਉੱਦਾਂ ਉਹ 2 ਕਲਰ ਅਸੀਂ ਇਹਨੂੰ ਕੈਪਸੂਲ ਨੂੰ ਦਿੱਤੇ, ਨਾੜੀ ਗਜ ਕੇਸਰੀ, ਜਿਹੜਾ ਲੇਡੀਜ਼ ਵਾਸਤੇ ਆ। ਤਾਂ ਇਹ ਮਤਲਬ ਲੇਡੀਜ਼ ਜਿਹੜੀਆਂ ਮਤਲਬ ਚਿੜਚਿੜਾਪਨ ਹੋ ਜਾਂਦਾ, ਹਰ ਵਕਤ ਸਰੀਰ ਦੁਖਦਾ ਰਹਿੰਦਾ, ਸਿਰ ਦਰਦ ਕਰਦਾ ਰਹਿੰਦਾ, ਬਾਡੀ ਦਾ ਮਤਲਬ ਕਿ ਜਿਹੜਾ ਟੈਂਪਰੇਚਰ ਵੀ ਲੋਅ ਹੋ ਜਾਂਦਾ, ਕਈ ਲੇਡੀਜ਼ ਨੂੰ ਨਾ ਟੈਂਪਰੇਚਰ ਲੋਅ ਹੋ ਜਾਂਦਾ, ਉਹਨਾਂ ਤੋਂ ਉੱਠਿਆ ਹੀ ਨਹੀਂ ਜਾਂਦਾ। ਮਤਲਬ ਇਹ ਦੇਖਣ ਨਾਲ ਲੱਗਦਾ ਹੱਟੀ ਕੱਟੀ ਹੈ, ਚੰਗੀ ਭਲੀ ਹੈ, ਪੈ ਗਈ ਕੰਮ ਤੋਂ ਟਲ ਕੇ ਪੈ ਗਈ, ਪਰ ਉਹ ਅੰਦਰੋਂ ਪ੍ਰੋਬਲਮ ਇਹ ਹੁੰਦੀ ਆ ਕਿ ਉਹ ਤੋਂ ਉੱਠਿਆ ਹੀ ਨਹੀਂ ਜਾ ਰਿਹਾ, એનર્ਜੀ ਲੈਵਲ ਘਟ ਜਾਂਦਾ, ਡਾਊਨ ਹੋ ਜਾਂਦਾ। ਤਾਂ ਉਹਦੇ ਵਾਸਤੇ ਫਿਰ ਨਾ ਜੀ ਇਹ ਪੂਰੇ ਹਿੰਦੁਸਤਾਨ 'ਚ ਪਹਿਲਾ ਇੱਕ ਪ੍ਰੋਡਕਟ ਬਣਿਆ ਨਾੜੀ ਗਜ ਕੇਸਰੀ। ਅੱਜ ਤੱਕ ਕਿਸੇ ਕੰਪਨੀ ਨੇ ਨਹੀਂ ਬਣਾਇਆ। ਸਾਡੇ ਵੈਦ ਜੀ ਨੇ ਇਹਦੇ ਲਈ ਵੀ ਬਹੁਤ ਵੱਡਾ ਅਵਾਰਡ ਸਾਨੂੰ ਦਿਲਾਇਆ ਵੀਅਤਨਾਮ ਦੇ ਵਿੱਚ ਜਾ ਕੇ। ਵੀਅਤਨਾਮ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ, ਉੱਥੇ ਸਾਨੂੰ ਫਿਰ ਆਪਣੇ ਤੁਹਾਡੇ ਆਰਟਿਸਟ ਨੇ, ਤੁਹਾਡੇ ਨਾਲ ਵੀ ਸ਼ਾਇਦ ਮਿਲਦੇ ਰਹਿੰਦੇ ਹੋਣੇ ਆ, ਸੁਨੀਲ ਸ਼ੈਟੀ ਜੀ ਨੇ ਉੱਥੇ ਫਿਰ ਸਾਨੂੰ ਸਨਮਾਨਿਤ ਕਰਿਆ ਸੀ ਇਹਦੇ ਬਾਰੇ। ਤਾਂ ਇਹ ਫਿਰ ਇੱਕ ਸਾਡਾ ਜਦੋਂ ਨਾੜੀ ਗਜ ਕੇਸਰੀ ਬਣਿਆ, ਤਾਂ ਫਿਰ ਸਾਨੂੰ X+ ਨਾਲ ਜਿਵੇਂ ਆਸ਼ੀਰਵਾਦ ਮਿਲ ਰਿਹਾ ਲੋਕਾਂ ਦਾ, ਇਹਦੇ 'ਚ ਵੀ ਸਾਨੂੰ ਮਾਤਾ ਭੈਣਾਂ ਦਾ ਬਹੁਤ ਆਸ਼ੀਰਵਾਦ ਮਿਲਿਆ, ਕਿਉਂਕਿ ਇਹ ਇੱਕ ਐਡਾ ਵੱਡਾ ਸਮੱਸਿਆ ਸੀਗੀ ਲੇਡੀਜ਼ ਦੀ ਕਿ ਉਹਨਾਂ ਨੂੰ ਐਂ ਲੱਗਦਾ ਸੀ ਵੀ ਸਾਡੇ ਲਈ ਕੁਝ ਸ਼ਾਇਦ ਬਣਿਆ ਹੀ ਨਹੀਂ ਹੋਇਆ। ਤਾਂ ਉਹ ਜ਼ਰੂਰੀ ਸੀਗਾ। ਇਹ ਸਾਡੀਆਂ ਮਾਤਾ ਭੈਣਾਂ ਤੋਂ ਆਸ਼ੀਰਵਾਦ ਮਿਲਿਆ ਜੀ ਸਾਨੂੰ, ਨਾੜੀ ਗਜ ਕੇਸਰੀ ਜਿਹੜਾ ਕੈਪਸੂਲ ਦਿੱਤਾ ਫਿਰ ਅਸੀਂ। X+ ਦਾ ਤਾਂ ਆਪਣਾ ਹੀ ਹੈ ਹੀ ਕਮਾਲ ਹੈ। ਬਹੁਤ ਵਧੀਆ, ਥੈਂਕ ਯੂ ਗੋਇਲ ਸਾਹਿਬ, ਤੁਸੀਂ ਇੰਨਾ એનર્ਜੀ ਨਾਲ ਇੰਨੀਆਂ એનર્ਜੀ ਵਾਲੀਆਂ ਮੈਡੀਸਨ ਜਿਹੜੀਆਂ ਨੇ ਬਣਾਈਆਂ ਨੇ। ਇਹ ਪੱਕੀ ਗੱਲ ਹੈ, ਤੁਸੀਂ ਜ਼ਰੂਰ ਇਹਨਾਂ ਦੇ ਵਿੱਚ ਤੁਸੀਂ ਯੂਜ਼ ਕੀਤਾ ਹੋਏਗਾ, ਤਾਂ ਹੀ ਤੁਹਾਡੇ 'ਚ ਇੰਨੀ એનર્ਜੀ ਹੈ। ਬਿਲਕੁਲ ਕਰਨਾ ਪੈਂਦਾ। ਅਸੀਂ 2 ਬੋਲ ਰਹੇ, ਤੁਸੀਂ ਇਕੱਲੇ ਸੰਭਾਲੀ ਜਾ ਰਹੇ ਹੋ। ਮੈਂ ਮਾਲ ਸਾਹਿਬ ਸਵੇਰੇ ਬੈਠ ਜਾਂਦਾ ਆਫਿਸ ਦੇ ਵਿੱਚ, ਹਰ 10 ਮਿੰਟ ਤੋਂ ਬਾਅਦ ਇੱਕ ਮੇਰੀ ਕਲਾਸ ਸ਼ੁਰੂ ਹੋ ਜਾਂਦੀ ਹੈ, ਇੱਕ ਪਰਚੀ ਆਉਂਦੀ ਹੈ ਮੇਰੇ ਕੋਲ, ਮੈਂ ਫਿਰ ਪੇਪਰ ਦੇਣ ਬੈਠ ਜਾਂਦਾ। ਹਾਂਜੀ, ਕੀ ਹੋਇਆ ਤੁਹਾਨੂੰ, ਕੀ ਹੋਇਆ ਸੀ, ਕਿਵੇਂ ਹੋਇਆ ਸੀ, ਉਹ ਫਿਰ ਮੈਨੂੰ ਕੁਐਸਚਨ, ਨਾਲ ਹੀ ਮੇਰਾ ਪ੍ਰੈਕਟੀਕਲ ਹੋ ਰਿਹਾ ਹੁੰਦਾ, ਨਾਲ ਹੀ ਮੇਰਾ ਪੇਪਰ ਹੋ ਰਿਹਾ ਹੁੰਦਾ। ਫਿਰ ਮੈਂ ਉਹਨਾਂ ਨੂੰ ਪਰਚੀ ਦੇ ਕੇ ਵੇਟ ਕਰਦਾ ਵੀ ਮਹੀਨੇ ਬਾਅਦ ਮੇਰਾ ਰਿਜ਼ਲਟ ਆਊਗਾ, ਆ ਕੇ ਦੱਸਣਗੇ ਵੀ ਗੋਇਲ ਕਿੰਨੇ ਕੁ % ਨੰਬਰ ਤੁਹਾਡੇ ਬਣਦੇ ਆ। ਪਰ ਜਿਹੜਾ ਮਰੀਜ਼ 10% ਨੰਬਰ ਪਹਿਲੇ ਮਹੀਨੇ ਦੇ ਦਿੰਦਾ ਨਾ ਜੀ, ਫਿਰ ਉਹਨੂੰ ਮੈਂ ਕਹਿ ਦਿੰਦਾ ਹੁਣ ਤੂੰ ਛੱਡ ਦੇ ਸਾਰੀਆਂ, ਹੁਣ ਆਪਾਂ ਉਸ ਪਾਸੇ ਨਿਕਲਾਂਗੇ ਜਿਹੜੇ ਪਾਸੇ ਬਾਬਾ ਜੀ ਨੇ ਸਾਡੀ ਬਾਂਹ ਫੜ ਲਈ, ਤੇ ਹੁਣ ਆਪਾਂ ਤੰਦਰੁਸਤੀ ਹੁੰਦੇ ਜਾਣਾ। ਔਰ ਬਹੁਤ ਸਾਰੇ ਪਰਿਵਾਰ ਨੇ, ਬਹੁਤ ਸਾਰੀਆਂ ਲੇਡੀਜ਼, ਮਾਤਾ ਭੈਣਾਂ, ਬਹੁਤ ਸਾਰੇ ਬਜ਼ੁਰਗ ਆਉਂਦੇ ਨੇ, ਉਹ ਕਹਿੰਦੇ ਗੋਇਲ ਸਾਹਿਬ ਦਵਾਈ ਤਾਂ ਜਿਹੜੀ ਮਰਜ਼ੀ ਦੇਣੀ ਆ ਦੇ ਦਿਓ, ਤੁਹਾਨੂੰ ਮਿਲ ਕੇ ਹੀ ਤੰਦਰੁਸਤੀ ਆ ਗਈ। ਇਹ ਇੱਕ ਮੇਰੇ ਲਈ ਬਹੁਤ ਬੜਾ ਆਸ਼ੀਰਵਾਦ, ਕੋਈ ਸ਼ੱਕ ਨਹੀਂ, ਇਹ ਬਹੁਤ ਬੜਾ ਇੱਕ ਅਲੱਗ ਤਰ੍ਹਾਂ ਦੀ એનર્ਜੀ ਆਦਮੀ ਨੂੰ ਮਿਲਦਾ ਜੀ, ਮਿਲਦਾ। ਬਿਲਕੁਲ, ਸਾਨੂੰ ਵੀ ਅੱਜ ਮਿਲ ਕੇ ਤੁਹਾਨੂੰ ਬਹੁਤ એનર્ਜੀ ਮਿਲੀ ਹੈ। ਹੋ ਸਕਦਾ ਉਸ ਤੋਂ ਵੱਧ ਮੈਨੂੰ ਮਿਲੀ ਹੋਵੇ ਤੁਹਾਨੂੰ ਦੋਨਾਂ ਨੂੰ ਦੇਖ ਕੇ। ਔਰ ਮੈਨੂੰ ਇਹ ਪਤਾ ਹੈ ਕਿ ਤੁਹਾਡੀ ਜੋੜੀ ਨੂੰ ਦੇਖ ਕੇ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਮੰਜੇ ਤੇ ਪਈਆਂ ਹਾਏ ਬੂ ਕਰੀ ਜਾਂਦੀਆਂ, ਉਹਨਾਂ ਨੂੰ ਵੀ ਉੱਠ ਖੜਨਾ ਵੀ ਸੁਨੀਤਾ ਧੀਰ ਹਲੇ ਬੜਕਾ ਮਾਰੀ ਜਾਂਦੀ ਆ, ਬਦਲਾ ਜੱਟੀ ਦਾ ਹਲੇ ਵੀ ਪੂਰਾ ਗੜਕਦਾ, ਤੇ ਮਾਲ ਸਾਹਿਬ ਹਲੇ ਵੀ ਕਹਿੰਦੇ ਨੇ ਆ ਕੇ ਘੁਲ ਕੇ ਦੇਖ ਲਓ ਮੇਰੇ ਨਾਲ। ਜਿਹੜੇ ਨੌਜਵਾਨ ਨੇ ਐਵੇਂ ਨਸ਼ਿਆਂ 'ਚ ਡੁੱਬੇ ਫਿਰੀ ਜਾਂਦੇ ਨੇ, ਉਹਨੇ ਕਹਿਣਾ ਹਲੇ ਵੀ એનર્ਜੀ ਬੈਲੈਂਸ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ, ਬਹੁਤ ਬਹੁਤ ਸ਼ੁਕਰੀਆ ਮਾਲ ਸਾਹਿਬ, ਤੁਸੀਂ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਆਏ ਔਰ ਬਹੁਤ ਚੰਗਾ ਲੱਗਿਆ। ਮੈਨੂੰ ਉਮੀਦ ਹੈ ਕਿ ਜਿੰਨੇ ਦਰਸ਼ਕਾਂ ਨੇ ਵੀ ਅੱਜ ਸੁਭਾਸ਼ ਗੋਇਲ ਹੈਲਥ ਸ਼ੋਅ ਦਾ ਆਨੰਦ ਲਿਆ, ਔਰ ਬਹੁਤ ਸਾਰੀਆਂ ਹੱਸਦੇ ਖੇਡਦੇ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਜਿਹੜੀਆਂ ਤੁਹਾਨੂੰ ਘਰੇਲੂ ਨੁਸਖੇ ਔਰ ਘਰੇਲੂ ਦਵਾਈਆਂ ਔਰ ਘਰੇਲੂ ਚੀਜ਼ਾਂ ਦੇ ਨਾਲ ਫਾਇਦਾ ਹੋ ਸਕਦਾ ਹੈ ਜੀ। ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।